ਤਾਂ ਗੁਲਾਟੀ ਸਾਹਿਬ ਇੱਕ ਗੱਲ ਹੋਰ ਜਿਹੜੀ ਪ੍ਰਚਾਰੀ ਜਾਂਦੀ ਹੈ ਕਿ ਅੱਜ ਦਾ ਜਿਹੜਾ ਲੇਖਕ ਆ ਨੌਜਵਾਨ ਲੇਖਕ ਦੀ ਜੇ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਵੀ ਉਹ ਪੜ੍ਹਨ ਨਾਲੋਂ ਜ਼ਿਆਦਾ ਲਿਖਣ ਨੂੰ ਤਰਜੀਹ ਦਿੰਦਾ। ਇਹ ਗੱਲ ਕਿੱਥੋਂ ਤੱਕ ਜਾਏਗੀ? ਆਪਾਂ ਸਾਰਿਆਂ ਤੇ ਐਲੀਗੇਸ਼ਨ ਨਹੀਂ ਲਾ ਸਕਦੇ। ਯੂਥ ਸਾਰਾ ਮਾੜਾ ਵੀ ਨਹੀਂ ਹੈ ਤੇ ਯੂਥ ਸਾਰਾ ਚੰਗਾ ਵੀ ਨਹੀਂ, ਠੀਕ ਹੈ। ਲੇਖਕ ਹਰ ਬੰਦੇ ਨੂੰ, ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਡਿਜੀਟਲ ਯੁੱਗ ਆ ਗਿਆ ਪਿਛਲੇ 15 ਸਾਲਾਂ ਦੇ ਵਿੱਚ। ਫੇਸਬੁੱਕ 'ਤੇ ਤੁਸੀਂ ਕੋਈ ਵੀ ਰਚਨਾ ਪਾਓ, ਤੁਹਾਨੂੰ 100 ਲਾਈਕ ਮਿਲ ਗਿਆ, ਤੁਹਾਨੂੰ ਐਂ ਲੱਗਦਾ ਕਿ ਮੈਂ ਤਾਂ ਲੇਖਕ ਬਣ ਗਿਆ, ਹਾਲਾਂਕਿ ਇਹ ਹੁੰਦਾ ਨਹੀਂ। ਨਵੇਂ ਲੇਖਕ ਨੂੰ ਇਹ ਭਰਮ ਹੁੰਦਾ ਹੈ ਕਿ ਮੈਨੂੰ ਸ਼ਾਇਦ ਪ੍ਰਕਾਸ਼ਕ ਮੈਨੂੰ ਲੁੱਟ ਰਿਹਾ ਜਾਂ ਪ੍ਰਕਾਸ਼ਕ ਮੈਨੂੰ ਅਵੇਅਰ ਕਰ ਰਿਹਾ, ਮੇਰੇ ਵੱਲ ਧਿਆਨ ਨਹੀਂ ਦੇ ਰਿਹਾ। ਐਸਾ ਨਹੀਂ ਹੁੰਦਾ। ਜੇ ਉਹ ਸਾਡੀ ਸੀਟ 'ਤੇ ਆ ਕੇ ਬੈਠੇ ਤਾਂ ਉਹਨੂੰ ਲੱਗੇਗਾ ਕਿ ਇਹ ਗੱਲ ਕੁਝ ਹੋਰ ਹੈ। ਡਿਜੀਟਲ ਯੁੱਗ ਦੇ ਵਿੱਚ PDF ਦਾ ਦੌਰ ਜਿਹੜਾ ਪ੍ਰਚਲਨ ਹੈ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਪੁਸਤਕ ਵਿਕਰੀ ਦੇ ਵਿੱਚ ਕੋਈ ਖੜੋਤ ਆਈ ਹੈ। PDF ਕੌਣ ਪਾਉਂਦਾ ਹੈ? ਇੱਕ ਨਵਾਂ ਲੇਖਕ ਹੀ ਪਾਉਂਦਾ। ਲਈ ਮੇਰੀ ਕਿਤਾਬ ਨਹੀਂ ਪਹੁੰਚੀ, ਮੈਂ PDF ਭੇਜ ਦਿੰਦਾ। ਅਤੇ ਜਦੋਂ PDF ਪਹੁੰਚਦੀ ਉਹ ਫਾਰਵਰਡ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਹਨੇ ਕਿਤਾਬ ਲੈਣੀ ਵੀ ਹੁੰਦੀ ਉਹ ਅਗਲਾ ਕਹਿੰਦਾ ਮੇਰੇ ਕੋਲ PDF ਹੈਗੀ, ਹਾਲਾਂਕਿ PDF ਪੜ੍ਹੀ ਨਹੀਂ ਜਾਂਦੀ, ਸਿਰਫ ਦੇਖਣ ਵਾਸਤੇ ਹੁੰਦੀ ਹੈ। ਸਾਡੇ ਚਾਹੁਣ 'ਤੇ ਵੀ ਉਹ ਕਦੇ ਇਕੱਠੇ ਨਹੀਂ ਮਿਲਦੇ, ਕਦੇ ਸੂਰਤ ਨਹੀਂ ਮਿਲਦੀ, ਕਦੇ ਸੀਰਤ ਨਹੀਂ ਮਿਲਦੀ। ਔਰ ਵਿਕਣ ਲਈ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ, ਵਿਕਣ ਲਈ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ। ਕਦੇ ਗਾਹਕ ਨਹੀਂ ਮਿਲਦਾ, ਕਦੇ ਕੀਮਤ ਨਹੀਂ ਮਿਲਦੀ। ਮੇਰੇ ਕੋਲ ਰੋਜ਼ 2-4 ਫੋਨ ਆਉਂਦੇ ਨੇ, ਜੀ ਕਿੰਨੇ ਪੈਸੇ ਲਓਗੇ ਜੀ, ਹੈ ਆਹ ਕਿਤਾਬ ਦਾ ਖਰੜਾ। ਅਸੀਂ ਉਹਨਾਂ ਨੂੰ ਕਹਿੰਦੇ ਪਹਿਲਾਂ ਮੈਟਰ ਭੇਜੋ, ਮੈਟਰ ਪੜ੍ਹਾਂਗੇ, ਡਿਸਾਈਡ ਕਰਾਂਗੇ। ਸਾਡਾ ਕਿ ਐਡੀਟੋਰੀਅਲ ਬੋਰਡ ਹੈ, ਜਦੋਂ ਫਾਈਨਲ ਕਰ ਲੂਗਾ ਬਾਕੀ ਗੱਲ ਤਾਂ ਬਾਅਦ 'ਚ ਹੋਏਗੀ, ਬਿਜ਼ਨਸ ਦੀ ਗੱਲ। ਉਹ ਕਹਿਣਗੇ ਤੁਸੀਂ ਪੈਸੇ ਦੱਸੋ ਜੀ। ਅਸੀਂ ਉਹਨਾਂ ਨੂੰ ਕਹਿੰਦੇ ਭਾਈ ਇਹ ਵਿਆਹ ਜਾਂ ਭੋਗ ਦਾ ਕਾਰਡ ਤਾਂ ਹੈ ਨਹੀਂ ਕਿ ਛਾਪ ਦਈਏ ਕਿ ਤੁਸੀਂ ਵੰਡਤਾ। ਕਿਤਾਬ ਦੀ ਜ਼ਿੰਮੇਵਾਰੀ ਹੈ ਪ੍ਰਕਾਸ਼ਕ। ਸੋ ਬਹੁਤ ਸਾਰੀਆਂ ਰਿਫਿਊਜ਼ ਹੋਈਆਂ ਸਾਡੀਆਂ ਕਿਤਾਬਾਂ ਵੀ ਛਪੀ ਜਾ ਰਹੀਆਂ ਨੇ, ਉਹ ਫਿਰ ਨਵੇਂ ਜਿਹੜੇ ਪ੍ਰਕਾਸ਼ਕ ਬਣੇ ਨੇ ਉਹ ਕਰ ਰਹੇ ਨੇ। ਮੇਰੇ ਕੋਲ ਬਹੁਤ ਸਾਰੇ ਲੇਖਕ ਆਉਂਦੇ ਨੇ, ਉਹਨਾਂ ਨੂੰ ਪੁੱਛੀਦਾ ਤੁਹਾਡਾ ਕਿਹੜਾ ਮੈਗਜ਼ੀਨ ਪੜ੍ਹਿਆ? ਉਹ ਕਹਿੰਦੇ ਸ਼ਿਵ ਕੁਮਾਰ ਪੜ੍ਹਿਆ। ਸ਼ਿਵ ਕੁਮਾਰ ਤੋਂ ਅੱਗੇ ਨਹੀਂ ਤੁਰੇ ਹੁੰਦੇ, ਮੈਗਜ਼ੀਨ ਕੋਈ ਪੜ੍ਹਿਆ ਨਹੀਂ ਹੁੰਦਾ, ਉਹ ਕਿਤਾਬ ਲੈ ਕੇ ਤਿਆਰ ਬੈਠੇ ਹੁੰਦੇ ਔਰ ਛਪ ਵੀ ਰਹੀਆਂ ਨੇ ਕਿਤਾਬਾਂ। ਹੈਰਾਨੀ ਦੀ ਗੱਲ ਹੈ। ਅੱਜ ਦੇ ਦੌਰ ਦੇ ਵਿੱਚ ਪਾਠਕਾਂ ਦੀ ਕਮੀ ਹੈ। ਲੋਕ ਜਿਹੜੇ ਆ ਮੋਬਾਈਲ ਦੇ ਵਿੱਚ ਹੀ ਗਸਤ ਹੋ ਕੇ ਰਹਿ ਗਏ ਆ। ਤਾਂ ਜਿਹੜਾ ਲੱਖਾਂ ਦਾ ਸਾਹਿਤ ਪੁਸਤਕ ਮੇਲਿਆਂ 'ਚ ਵਿਕ ਜਾਂਦਾ, ਉਹ ਫਿਰ ਕਿਵੇਂ ਵਿਕ ਜਾਂਦਾ? ਮੇਨ ਦਫ਼ਤਰ ਲੁਧਿਆਣੇ 'ਚ ਹੈ, ਦੂਜਾ ਕੋਟਕਪੂਰੇ 'ਚ ਹੈ, ਤੀਜਾ ਕੈਨੇਡਾ 'ਚ ਹੈ, ਚੌਥਾ ਅਮਰੀਕਾ ਦੇ ਵਿੱਚ। ਔਰ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਸਾਲ ਆਸਟ੍ਰੇਲੀਆ ਦੇ ਵਿੱਚ ਦਫ਼ਤਰ ਬਣਾ ਰਹੇ ਹਾਂ, ਜਿਹੜਾ ਸਾਰੀ ਦੁਨੀਆ ਨੂੰ ਆਪਰੇਟ ਕਰੇਗਾ। ਇਦੋਂ ਵੱਡੀ ਵੱਲ ਕੀ ਗੱਲ ਹੋ ਸਕਦੀ? ਜੇ ਫਿਰ ਕੋਈ ਕਹੇ ਕਿ ਪਾਠਕ ਗਲਤ ਹੈ ਨਹੀਂ ਗਏ, ਤੇ ਅਸੀਂ ਤਾਂ ਕਦੇ ਨਹੀਂ ਆਖੀ। ਜਸਵੰਤ ਸਿੰਘ ਕਮਲ ਆਪਣੇ ਟੁੱਡੀਕੇ ਤੋਂ, ਜਾਂ ਗੁਰਦਿਆਲ ਸਿੰਘ ਹੈ, ਜਾਂ ਸੁਰਜੀਤ ਪਾਤਰ ਹੈ, ਡਾਕਟਰ ਜਗਤਾਰ ਹੈ, ਪਾਸ਼ ਹੈ, ਸੁਖਵਿੰਦਰ ਅੰਮ੍ਰਿਤ ਹੈ, ਗੁਰਤੇਜ ਕੁਹਾਰ ਵਾਲਾ, ਵਿਜੇ ਵਿਵੇਕ ਹੈ, ਇਹਨਾਂ ਨੇ ਕਦੀ ਨਹੀਂ ਆਖਿਆ ਪਾਠਕ ਨਹੀਂ। ਕਈ ਐਡੀਸ਼ਨ ਛਪੇ। ਇਹ ਉਹੀ ਕਹਿੰਦਾ ਕਿ ਜਿਹਨੂੰ ਉਹ ਮਾਨਤਾ ਨਹੀਂ ਮਿਲ ਰਹੀ ਹੁੰਦੀ। ਹੁਣ ਮਾਨਤਾ ਦਿਵਾਉਣਾ ਪਾਠਕ ਦਾ ਕੰਮ ਤਾਂ ਹੈ ਨਹੀਂ। ਹਰੇਕ ਪੁਸਤਕ ਦੀ ਜੂਹ ਅੰਦਰ ਜਦੋਂ ਵੀ ਜਾਂਦਾ ਹਾਂ ਤਾਂ ਉਹ ਆਖੇ ਤੂੰ ਸਿਰਫ ਸ਼ਬਦਾਂ ਦੀ ਆਵਾਜ਼ ਨਾ ਸੁਣ, ਇਹ ਕੋਰੇ ਵਰਕੇ ਵੀ ਬੋਲ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਕਿਹਾ ਜਾਂਦਾ ਹੈ ਪੁਸਤਕਾਂ ਰੂਹ ਦੀ ਖੁਰਾਕ ਹੁੰਦੀਆਂ ਨੇ, ਪੁਸਤਕਾਂ ਤੁਹਾਨੂੰ ਗਿਆਨ ਦਿੰਦੀਆਂ ਨੇ। ਇੱਕ ਵਿਦਵਾਨ ਨੇ ਕਿਹਾ ਸੀ ਕਿ ਜੇ ਤੁਹਾਡਾ ਕੋਈ ਦੋਸਤ ਨਹੀਂ ਤਾਂ ਪੁਸਤਕਾਂ ਤੁਹਾਡੀਆਂ ਬਹੁਤ ਵਧੀਆ ਦੋਸਤ ਬਣ ਸਕਦੀਆਂ ਨੇ। ਤਾਂ ਅੱਜ ਅਸੀਂ ਅਜਿਹੇ ਸ਼ਖਸ ਨਾਲ ਮੌਜੂਦ ਹਾਂ ਜੋ ਪਿਛਲੇ ਲੰਮੇ ਸਮੇਂ ਤੋਂ ਪੁਸਤਕ ਪ੍ਰਕਾਸ਼ਨਾਂ ਦੇ ਵਿੱਚ ਯੋਗਦਾਨ ਪਾ ਰਹੇ ਨੇ। ਤਾਂ ਮੇਰਾ ਤਾਰੁਫ ਹੈ ਸਤੀਸ਼ ਗੁਲਾਟੀ ਜੀ ਤੋਂ। ਤਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਸਿਮਰਜੀਤ ਤੁਹਾਡਾ, ਤੁਹਾਡੇ ਸਾਰੇ ਚੈਨਲ ਦਾ, ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤਾਂ ਸਰ ਮੈਂ ਪੁੱਛਣਾ ਚਾਹੂੰਗਾ ਕਿ ਚੇਤਨਾ ਪ੍ਰਕਾਸ਼ਨ 1998 ਤੋਂ ਲਗਾਤਾਰ ਜਿਹੜਾ ਪ੍ਰਕਾਸ਼ਨਾਂ ਦੇ ਵਿੱਚ ਯੋਗਦਾਨ ਪਾ ਰਹੀ ਹੈ। ਤਾਂ ਕਿਹਾ ਜਾਂਦਾ ਹੈ ਸ਼ਬਦਾਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਇੱਕ ਪੁੰਨ ਦਾ ਕੰਮ ਹੈ। ਤਾਂ ਤੁਸੀਂ ਇੰਨੇ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚੋਂ, ਤਾਂ ਇਸ ਪਿੱਛੇ ਕਿਹੜੀ ਪ੍ਰੇਰਨਾ ਕੰਮ ਕਰ ਰਹੀ ਹੈ? ਇਹ ਚੇਤਨਾ ਪ੍ਰਕਾਸ਼ਨ 1997 ਦੇ ਵਿੱਚ ਅਸੀਂ ਪਲਾਨ ਕੀਤਾ ਸੀਗਾ। 1998 ਸਾਡੀਆਂ 5 ਕਿਤਾਬਾਂ ਦਾ ਜਨਵਰੀ ਦੇ ਵਿੱਚ ਸੈੱਟ ਆ ਗਿਆ ਸੀਗਾ। ਇਹਦੇ ਪਿੱਛੇ ਪ੍ਰੇਰਨਾ ਦੀ ਗੱਲ ਕੋਈ ਲੰਬੀ ਚੌੜੀ ਗੱਲ ਨਹੀਂ ਹੈ, ਕਿਉਂਕਿ ਸਾਡਾ ਸਾਰਾ ਪਰਿਵਾਰ ਸਾਹਿਤਕ ਪਰਿਵਾਰ ਹੈ। ਮੈਂ 3 4 ਕਲਾਸ ਦੇ ਵਿੱਚ ਹੀ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ, ਜਾਂ ਸਾਹਿਤਕਾਰਾਂ ਦੇ ਵਿੱਚ ਬੈਠਦਾ ਸੀ। ਮੇਰੇ ਪਿਤਾ ਜੀ ਸ਼ਾਹ ਚਮਨ ਇਸੇ ਕੋਟਕਪੂਰਾ ਸ਼ੋਰੂਮ 'ਚ ਬੈਠਦੇ ਰਹੇ ਨੇ। ਹੁਣ ਭਾਵੇਂ ਸਾਡੇ ਵਿਚਕਾਰ ਫਿਜ਼ੀਕਲੀ ਨਹੀਂ ਨੇ, ਲੇਕਿਨ ਉਹਨਾਂ ਦੀਆਂ ਕਿਤਾਬਾਂ ਰਾਹੀਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਉਹਨਾਂ ਨੂੰ ਰੋਜ਼ਾਨਾ ਪੜ੍ਹਦੇ ਹਾਂ। ਅਤੇ ਮੇਰੇ ਘਰ ਨਹੀਂ, ਪਿਤਾ ਜੀ ਦੇ ਘਰ ਜਦੋਂ ਮੈਂ ਉਹਨਾਂ ਦਾ ਹਿੱਸਾ ਰਿਹਾ, ਅਤੇ ਸਾਡੇ ਘਰ ਸੰਤੋਖ ਸਿੰਘ ਧੀਰ ਵੀ ਆਇਆ ਕਰਦੇ ਸੀ, ਕਾਮਰੇਡ ਸੁਰਜੀਤ ਗਿੱਲ ਵੀ, ਪ੍ਰੀਤਮ ਸਿੰਘ ਵੀ, ਔਰ ਕਾਮਰੇਡ ਪ੍ਰੀਤਮ ਸਿੰਘ ਪ੍ਰੇਮੀ ਔਰ ਸੁਜਾਨ ਸਿੰਘ ਜੀ। ਇਹਨਾਂ ਦੀ ਮੈਂ ਕੁੱਛੜ ਬਹਿ ਕੇ ਖੇਡਿਆ ਹੋਇਆ। ਮੈਨੂੰ ਇਸ ਗੱਲ ਦਾ ਫਖਰ ਹੈ
ਕਿ ਉਹਨਾਂ ਰਾਹੀਂ ਹੀ ਮੈਨੂੰ ਪਤਾ ਲੱਗਦਾ ਸੀ। ਜਦੋਂ ਉਹਨਾਂ ਦੀਆਂ ਸਹਿਜ ਸਭਾਵਾਂ ਦੀ ਮੀਟਿੰਗ ਸਾਡੇ ਘਰ ਹੁੰਦੀਆਂ ਸੀ ਤੇ ਮੇਰੀ ਡਿਊਟੀ ਚਾਹ ਪਾਣੀ ਵਰਤਾਉਣ 'ਤੇ ਲੱਗੀ ਹੁੰਦੀ ਸੀ, ਤੇ ਉਹ ਚਾਹ ਪਾਣੀ ਵਰਤਾਉਂਦੇ ਹੀ ਉਹ ਸ਼ਬਦ ਮੇਰੇ ਅੰਦਰ ਡਿਜ਼ੋਲਵ ਹੋ ਰਹੇ ਸੀ, ਉਹ ਘਰ ਕਰ ਰਹੇ ਸੀ, ਜਿਹੜੇ ਮੇਰੇ ਅੱਗੇ ਜਾ ਕੇ ਮਾਰਗਦਰਸ਼ਕ ਬਣੇ ਨੇ। ਪਹਿਲੀ ਕਿਤਾਬ ਮੈਂ ਮਾਂ ਚੌਥੀ ਕਲਾਸ ਪੜ੍ਹ ਲਈ ਸੀ, ਤੀਜੀ ਜਾਂ ਚੌਥੀ ਕਲਾਸ ਦੇ ਵਿੱਚ ਸੀਗਾ। ਉਹ ਮੇਰੀ ਸ਼ੁਰੂਆਤ ਉੱਥੋਂ ਹੋਈ ਹੈ। ਉਸ ਤੋਂ ਬਾਅਦ ਰਸ਼ੀਅਨ ਸਾਹਿਤ, ਕਿਉਂਕਿ ਰਸ਼ੀਅਨ ਸਾਹਿਤ ਦੀ ਬਹੁਤ ਵੱਡੀ ਲਾਇਬ੍ਰੇਰੀ ਸਾਡੇ ਘਰ ਰਹੀ ਹੈ। ਲਾਇਬ੍ਰੇਰੀ ਇਸ ਕਰਕੇ ਕਿ ਕਿਤਾਬਾਂ ਤੋਂ ਇਲਾਵਾ ਘਰ ਦੇ ਵਿੱਚ ਹੋਰ ਕੁਝ ਵੀ ਨਹੀਂ ਹੁੰਦਾ ਸੀ, ਜਾਂ 2 ਵਕਤ ਦੀ ਰੋਟੀ ਗੰਢੇ ਅਚਾਰ ਨਾਲ, ਅਤੇ ਜਾਂ ਫਿਰ ਅਸੀਂ ਕਿਤਾਬਾਂ ਪੜ੍ਹਦੇ ਸੀ। ਤਾਂ ਉਹ ਕਿਤਾਬਾਂ ਨੇ ਮੈਨੂੰ ਇਸ ਵੱਲ ਪ੍ਰੇਰਿਆ, ਕਿਉਂਕਿ ਮੈਂ ਇੱਥੇ ਕੋਟਕਪੂਰਾ ਦੇ ਵਿੱਚ ਕਰੀਬ 20 ਸਾਲ ਇੱਥੇ ਹੀ ਰਿਹਾ। ਬਾਅਦ ਦੇ ਵਿੱਚ ਮੈਂ ਲੁਧਿਆਣੇ ਸ਼ਿਫਟ ਕਰ ਗਿਆ ਸੀ। ਇੱਥੇ ਮੈਡੀਕਲ ਪ੍ਰੋਫੈਸ਼ਨ 'ਚ ਮੈਂ ਐਕਸਪੀਰੀਅੰਸ ਹਾਸਲ ਕੀਤਾ, ਨੌਕਰੀ ਕੀਤੀ। ਅਤੇ ਉੱਥੇ ਜਾ ਕੇ ਜਦੋਂ ਮੈਂ ਪੰਜਾਬੀ ਭਵਨ ਦੇ ਵਿੱਚ ਜਾਂਦਾ ਸੀ ਅਕਸਰ, ਕਿਉਂਕਿ ਪੰਜਾਬੀ ਭਵਨ ਲੇਖਕਾਂ ਦਾ ਮੱਕਾ ਹੈ ਉਹ, ਉੱਥੇ 2000 ਮੈਂਬਰ ਨੇ, ਸਾਰੇ ਵੱਡੇ ਲੇਖਕ ਜਿਹੜੇ ਸਾਹਿਤਕਾਰ ਨੇ ਉੱਥੇ ਆਉਂਦੇ ਨੇ, ਮੀਟਿੰਗ ਹੁੰਦੀਆਂ ਨੇ, ਅਤੇ ਉੱਥੋਂ ਕਿਤਾਬਾਂ ਪਰਚੇਜ਼ ਕਰਦਾ ਸੀ ਮੈਂ। ਉੱਥੇ ਪੰਜਾਬੀ ਯੂਨੀਵਰਸਿਟੀ ਦੀ ਬੱਸ ਆਇਆ ਕਰਦੀ ਸੀ, ਅਸੀਂ ਉਹਨਾਂ ਤੋਂ ਕਿਤਾਬਾਂ ਲੈਂਦੇ ਸੀ। ਅਤੇ ਮੈਂ ਅਕਸਰ ਇਹ ਸੋਚਦਾ ਸੀ, ਕਿਉਂਕਿ ਮਾਰਕੀਟਿੰਗ 'ਚ ਰਹਿੰਦਾ ਸੀ ਮੈਂ, ਅਤੇ ਸੋਚਦਾ ਇਹ ਸੀ ਕਿ ਯਾਰ ਮੈਂ ਤਾਂ ਕਿਤਾਬ ਲੈ ਲੈਣਾ ਇੱਥੇ, ਕਿਉਂਕਿ ਮੈਂ ਲੁਧਿਆਣੇ ਬੈਠਾ। ਜਿਹੜਾ ਬੰਦਾ ਫਾਜ਼ਿਲਕਾ ਬੈਠਾ, ਅਬੋਹਰ ਬੈਠਾ, ਬਠਿੰਡੇ ਬੈਠਾ, ਮਾਨਸਾ ਬੈਠਾ, ਜਾਂ ਕਿਸੇ ਰੂਰਲ ਏਰੀਆ 'ਚ ਬੈਠਾ, ਪਿੰਡ 'ਚ ਬੈਠਾ, ਉਹ ਕਿਵੇਂ ਕਰੇਗਾ? ਅਤੇ ਉਦੋਂ ਮਨ 'ਚ ਸਾਡਾ ਦੋਸਤਾਂ ਦੇ ਵਿੱਚ ਜ਼ਿਹਨ 'ਚ ਆਇਆ ਸੀ, ਕਿਉਂ ਨਾ ਇਹਨੂੰ ਅਮਲੀ ਰੂਪ ਦਿੱਤਾ ਜਾਵੇ। ਤਦੋਂ ਸੋਚਿਆ ਸੀ ਕਿ ਅਸੀਂ ਕੋਈ ਨਾ ਕੋਈ ਇਸ ਤਰ੍ਹਾਂ ਕੰਮ ਕਰੀਏ। ਉਹਦੇ ਵਿੱਚੋਂ ਫਿਰ ਪ੍ਰਕਾਸ਼ਨ ਸਾਡੇ ਜ਼ਿਹਨ 'ਚ ਆਇਆ। ਅਸੀਂ ਪ੍ਰਕਾਸ਼ਨ ਬਾਰੇ 2-3 ਸਾਲ ਸਟੱਡੀ ਕੀਤੀ। ਪਹਿਲਾਂ ਹੋਰਾਂ ਨੇ ਵੀ ਸ਼ੁਰੂ ਕਰ ਲਿਆ ਸੀਗਾ, ਗੁਰਪਾਲ ਲਿਟ ਨੇ ਸ਼ੁਰੂ ਕਰ ਲਿਆ ਸੀ ਉੱਥੇ ਖੰਨੇ ਦੇ ਵਿੱਚ, ਪਰ ਸਾਨੂੰ ਲੱਗਿਆ ਕਿ ਉਹਨਾਂ ਦਾ ਹੋਰ ਤਰ੍ਹਾਂ ਦਾ ਨਜ਼ਰੀਆ, ਸਾਡਾ ਮਾਰਕੀਟਿੰਗ ਨਜ਼ਰੀਆ ਵੀ ਅਸੀਂ ਲੰਮਾ ਸਮਾਂ ਕਰਨਾ ਚਾਹੁੰਦੇ ਸੀ। ਇਹ ਨਹੀਂ ਸ਼ੌਂਕੀਆ ਨਹੀਂ, ਕਿਉਂਕਿ ਸ਼ੌਂਕ ਨੂੰ ਜੇ ਤਾਂ ਤੁਸੀਂ ਪ੍ਰੈਕਟੀਕਲ ਕਰੋ ਫਿਰ ਤਾਂ ਸ਼ੌਂਕ ਹੈ, ਜੇ ਸਿਰਫ ਸ਼ੌਂਕੀਆ ਕਰੋ ਤਾਂ ਤੁਸੀਂ ਕਦੀ ਵੀ ਬੰਦ ਕਰ ਸਕਦੇ ਹੋ। ਇਹ ਸੋਚ ਕੇ 2-3 ਸਾਲ ਸਟੱਡੀ ਕੀਤੀ। ਸਟੱਡੀ ਕਰਨ ਤੋਂ ਬਾਅਦ ਐਨਾਲਿਸਿਸ ਜਿੰਨਾ ਹੋ ਸਕਦਾ ਕਰਦੇ, ਅਤੇ ਫਿਰ 1998 ਦੇ ਵਿੱਚ ਸ਼ੁਰੂ ਕੀਤਾ ਸੀ। ਤਾਂ ਗਲਟ ਸਾਹਿਬ, ਤੁਸੀਂ ਦੱਸਿਆ ਖੁਦ ਹੀ ਕਿ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਵੀ ਕੰਮ ਕੀਤਾ ਕਾਫੀ ਲੰਮਾ ਸਮਾਂ। ਤਾਂ ਮੈਡੀਕਲ ਲਾਈਨ ਦੇ ਵਿੱਚ ਕੰਮ ਕੀਤਾ, ਤਾਂ ਹੁਣ ਤੁਹਾਡੀ ਫੀਲਡ ਜਿਹੜੀ ਆ ਉਹ ਤੁਸੀਂ ਪ੍ਰਕਾਸ਼ਨਾ, ਮਤਲਬ ਪ੍ਰਕਾਸ਼ਕ ਹੋ ਇੱਕ, ਹੈ ਨਾ, ਇੱਕ ਪ੍ਰਕਾਸ਼ਕ ਵਜੋਂ ਕੰਮ ਕਰਨ ਅਤੇ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਨ, ਤੁਸੀਂ ਕਿਸ ਨੂੰ ਜ਼ਿਆਦਾ ਜਿਹੜਾ ਆ ਸਕੂਨ ਪਸੰਦ ਜਿਹੜੀ ਜ਼ਿੰਦਗੀ ਆ ਬਤੀਤ ਕੀਤੀ ਹੈ, ਕਿਸ ਲਾਈਫ ਦੇ ਵਿੱਚ, ਉਸ ਲਾਈਫ ਦੇ ਵਿੱਚ ਜਾਂ ਇਸ ਲਾਈਫ ਦੇ ਵਿੱਚ? ਸਕੂਨ ਤਾਂ ਜ਼ਿੰਦਗੀ 'ਚ ਕਦੀ ਮਿਲਿਆ ਹੀ ਨਹੀਂ, ਔਰ ਮਿਲਣਾ ਚਾਹੀਦਾ ਵੀ ਨਹੀਂ। ਜੇ ਸਕੂਨ ਮਿਲ ਗਿਆ ਤਾਂ ਖੜੋਤ ਆ ਜਾਂਦੀ ਹੈ। ਬੰਦੇ ਨੂੰ ਸਟਰਗਲ ਕਰਦੇ ਰਹਿਣਾ ਚਾਹੀਦਾ। ਪਾਣੀ ਵਗਦਾ ਹੀ ਚੰਗਾ ਲੱਗਦਾ, ਜੇ ਖੜ ਜੇ ਤਾਂ ਬੋ ਮਾਰਨੀ ਸ਼ੁਰੂ ਕਰ ਦਿੰਦਾ। ਸੋ ਸਕੂਨ ਤਾਂ ਜ਼ਿੰਦਗੀ 'ਚ ਕਦੀ ਮਿਲਿਆ ਨਹੀਂ, ਪਰ ਇੱਕ ਆਨੰਦ ਦੀ ਪ੍ਰਾਪਤੀ ਮਿਲਦੀ ਹੈ ਕਿ ਤੁਸੀਂ ਜਿਹੜੇ ਫੀਲਡ 'ਚ ਕੰਮ ਕਰੋ, ਓਨੈਸਟੀ ਕਰੋ, ਇਮਾਨਦਾਰੀ ਨਾਲ ਕਰੋ। ਜਦੋਂ ਮੈਂ ਮੈਡੀਕਲ ਪ੍ਰੋਫੈਸ਼ਨ ਸੀ, ਤਾਂ ਮੈਂ ਮੈਡੀਕਲ ਪ੍ਰੋਫੈਸ਼ਨ ਨੇ ਹੀ ਮੈਨੂੰ ਗਜ਼ਲ ਦੇ ਵਾਲੇ ਤੋਰਿਆ ਸੀਗਾ, ਕਿਉਂਕਿ ਜਿੱਥੇ ਮੈਂ ਕੰਮ ਕਰਦਾ ਸੀ ਇੱਥੇ ਹੀ ਕੋਟਕਪੂਰਾ ਦੇ ਵਿੱਚ ਇੱਕ ਦੁਕਾਨ ਹੈ, ਬਾਊ ਰਾਮ ਪੰਸਾਰੀ ਦੁਕਾਨ ਹੁੰਦੀ ਸੀ ਕਿਸੇ ਵੇਲੇ, ਬਹੁਤ ਵੱਡਾ ਨਾਮ ਸੀ ਉਹਨਾਂ ਦਾ। ਮੈਂ ਉੱਥੇ ਕੰਮ ਕਰਦਾ ਸੀ, ਅਤੇ ਉੱਥੇ ਸਾਡੇ ਕੋਲ ਆਯੁਰਵੇਦ ਦੀਆਂ ਏਜੰਸੀਆਂ ਸੀ, ਮੈਡੀਸਨ ਦੀਆਂ, ਅਤੇ ਮੈਡੀਸਨ ਦੇ ਨਾਲ ਨਾਲ ਆਯੁਰਵੇਦ ਦੀਆਂ ਕਿਤਾਬਾਂ ਆਇਆ ਕਰਦੀਆਂ ਸੀ, ਜਿਨ੍ਹਾਂ ਵਿੱਚ ਚਰਕ, ਸੁਸ਼ਰਤ, ਧਨਵੰਤਰੀ, ਆਯੁਰਵੈਦਿਕ ਸਾਰ ਸੰਗ੍ਰਹਿ ਗ੍ਰੰਥ ਹੁੰਦੇ ਸੀ, ਜਿਹੜੇ ਸੰਸਕ੍ਰਿਤ ਔਰ ਹਿੰਦੀ ਦੇ ਵਿੱਚ ਹੁੰਦੇ ਸੀ। ਔਰ ਮੈਂ ਸਾਰੇ ਉਹਨਾਂ ਦਿਨਾਂ 'ਚ ਪੜ੍ਹੇ ਸੀ ਜਦੋਂ ਬੱਚੇ 10ਵੀਂ ਦੇ ਇਗਜ਼ਾਮ ਦੇ ਰਹੇ ਹੁੰਦੇ ਨੇ, ਕਿਉਂਕਿ ਮੈਂ ਵੀ 10ਵੀਂ ਕਰਦਿਆਂ ਉਸ ਜੌਬ ਦੇ ਵਿੱਚ ਚਲਾ ਗਿਆ ਸੀਗਾ। ਅਤੇ ਮੇਰੀ ਬਹੁਤੀ ਪੜ੍ਹਾਈ ਮੈਡੀਕਲ ਪ੍ਰੋਫੈਸ਼ਨ 'ਚ ਹੀ ਹੋਈ ਹੈ। ਮੈਡੀਕਲ ਦੀਆਂ ਕਿਤਾਬਾਂ ਪੜ੍ਹਦਿਆਂ ਹੀ ਮੈਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਿਆ, ਅਤੇ ਮੈਨੂੰ ਉਦੋਂ ਵੀ ਸਕੂਨ ਉਸ ਤਰ੍ਹਾਂ ਦਾ ਮਿਲ ਰਿਹਾ ਸੀ, ਅੱਜ ਵੀ ਮਿਲ ਰਿਹਾ। ਲੇਕਿਨ ਜਿਹੜੀ ਆਨੰਦ ਦੀ ਅਵਸਥਾ, ਆਨੰਦ ਦੀ ਪ੍ਰਾਪਤੀ ਹੈ, ਉਹ ਉਦੋਂ ਵੀ ਮਿਲ ਰਹੀ ਸੀ, ਕਿਉਂਕਿ ਉਦੋਂ ਵੀ ਮੈਂ ਸ਼ਬਦਾਂ ਨਾਲ ਜ਼ਿਆਦਾ ਜੁੜਿਆ ਸੀ, ਅੱਜ ਵੀ ਮੈਂ ਸ਼ਬਦ ਨਾਲ ਜੁੜਿਆ ਹਾਂ। ਕੀ ਬਾਤ ਹੈ ਜੀ। ਤਾਂ ਇੱਕ ਗੱਲ ਮੈਂ ਹੋਰ ਇੱਥੇ ਪੁੱਛਣੀ ਚਾਹੂੰਗਾ ਕਿ ਸਾਹਿਤ ਦੀਆਂ ਵੱਖ-ਵੱਖ ਜੇ ਵਿਧਾਵਾਂ ਦੀ ਗੱਲ ਕਰੀਏ, ਕਵਿਤਾ ਦੀ ਗੱਲ ਕਰੀਏ, ਗਜ਼ਲ ਦੀ, ਕਹਾਣੀ ਦੀ ਜਾਂ ਵਾਰਤਕ, ਤਾਂ ਅੱਜ ਦੇ ਦੌਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵੱਧ ਪੜ੍ਹਿਆ ਜਾ ਰਿਹਾ ਜਾਂ ਵਿਕ ਰਿਹਾ? ਸਭ ਤੋਂ ਵੱਧ ਵਾਰਤਕ ਔਰ ਨਾਵਲ ਹੀ ਪੜ੍ਹਿਆ ਜਾਂਦਾ ਹੈ। ਹਰ ਯੁੱਗ ਦੇ ਵਿੱਚ ਇਸ ਤਰ੍ਹਾਂ ਹਰ ਦਹਾਕੇ ਦੇ ਵਿੱਚ ਹੁੰਦਾ ਰਿਹਾ, ਯੁੱਗ ਨਹੀਂ। ਉਹਦਾ ਕਾਰਨ ਹੈ ਕਿ ਅਸੀਂ ਸਾਰੇ ਪਹਿਲਾਂ ਅਖਬਾਰ ਤੋਂ ਸ਼ੁਰੂਆਤ ਕਰਦੇ ਹਾਂ। ਪੰਜਾਬੀ ਦਾ ਕੋਈ ਵੀ ਪਾਠਕ ਹੈ, ਉਹ ਘਰ ਦੇ ਵਿੱਚ ਅਖਬਾਰ ਆਉਂਦਾ, ਅਖਬਾਰ ਤੋਂ ਸ਼ੁਰੂ ਕਰਦਾ। ਅਖਬਾਰ ਦੇ ਵਿੱਚ ਕਹਾਣੀਆਂ ਛਪਦੀਆਂ ਨੇ, ਲੇਖ ਛਪਦੇ ਨੇ, ਮਿਡਲ ਛਪਦੇ ਨੇ, ਨਿਊਜ਼ ਛਪਦੀਆਂ ਨੇ, ਜਾਣੀ ਅਸੀਂ ਵਾਰਤਕ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ। ਫਿਰ ਦੂਜੀ ਗੱਲ ਹੈ, ਅਸੀਂ ਬਾਣੀ ਵੱਲ ਪਿੱਛੇ ਮੁੜ ਜਾਂਦੇ ਹਾਂ, ਅਤੇ ਬਾਣੀ ਵੀ ਤਾਂ ਵਾਰਤਕ ਦੇ ਵਿੱਚ ਹੈ ਜਾਂ ਸ਼ਲੋਕ ਦੇ ਵਿੱਚ ਹੈ। ਉੱਥੇ ਜਿਹੜੀ ਅਰਦਾਸ ਹੁੰਦੀ ਹੈ, ਜਿਹੜੀ ਵਿਆਖਿਆ ਹੁੰਦੀ ਹੈ, ਉਹ ਵਾਰਤਕ ਦੇ ਵਿੱਚ ਹੀ ਹੋ ਰਹੀ ਹੁੰਦੀ ਹੈ, ਯਾਨੀ ਵਾਰਤਕ ਦੀ ਪੇਸ਼ਕਾਰੀ ਹੁੰਦੀ ਹੈ ਉੱਥੇ। ਇਸੇ ਤਰ੍ਹਾਂ ਕਿਉਂਕਿ ਨਾਵਲ ਦਾ ਕੰਸੈਪਟ ਇਹ ਆਉਂਦਾ ਕਿ ਬੱਚੇ ਜਦੋਂ 8ਵੀਂ ਤੋਂ ਅੱਗੇ ਤੁਰਦੇ ਨੇ ਅਤੇ ਉਹਨਾਂ ਨੂੰ ਕੋਈ ਨਾ ਕੋਈ ਸਿਲੇਬਸ ਦੇ ਵਿੱਚ ਨਾਵਲ ਲੱਗਿਆ ਹੁੰਦਾ। ਵੈਸੇ ਲੱਗੀ ਤਾਂ ਕਵਿਤਾ ਵੀ ਹੁੰਦੀ ਹੈ, ਲੇਕਿਨ ਕਵਿਤਾ ਕਿਉਂਕਿ ਗੰਭੀਰ ਹੁੰਦੀ ਹੈ, ਕਵਿਤਾ ਸਮਝਾਉਣੀ ਪੈਂਦੀ ਹੈ, ਨਾਵਲ ਈਜ਼ੀ ਸਮਝ ਆ ਜਾਂਦਾ। ਇਸੇ ਕਰਕੇ ਕਿ ਪੰਜਾਬੀ ਦਾ ਜਿਹੜਾ ਮੁੱਢਲਾ ਪਾਠਕ ਹੈ, ਉਹ ਵਾਰਤਕ ਨਾਲ, ਨਾਵਲ ਨਾਲ, ਕਹਾਣੀ ਨਾਲ ਜੁੜਦਾ ਹੈ। ਜਿਹੜੇ ਗੰਭੀਰ ਪਾਠਕ ਨੇ, ਜਿਹੜੇ BA ਕਰ ਜਾਂਦੇ ਨੇ, MA ਕਰ ਜਾਂਦੇ ਨੇ, ਉਹ ਕਵਿਤਾ ਨਾਲ, ਉਹ ਗਜ਼ਲ ਨਾਲ, ਉਹ ਨਾਟਕ ਨਾਲ ਜੁੜਦੇ ਨੇ।
ਤਾਂ ਗੁਲਾਟੀ ਸਾਹਿਬ ਇੱਕ ਗੱਲ ਹੋਰ ਜਿਹੜੀ ਪ੍ਰਚਾਰੀ ਜਾਂਦੀ ਹੈ ਕਿ ਅੱਜ ਦਾ ਜਿਹੜਾ ਲੇਖਕ ਆ ਨੌਜਵਾਨ ਲੇਖਕ ਦੀ ਜੇ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਵੀ ਉਹ ਪੜ੍ਹਨ ਨਾਲੋਂ ਜ਼ਿਆਦਾ ਲਿਖਣ ਨੂੰ ਤਰਜੀਹ ਦਿੰਦਾ। ਇਹ ਗੱਲ ਕਿੱਥੋਂ ਤੱਕ ਜਾਇਜ਼ ਆ? ਨਹੀਂ, ਦੋਨੋਂ ਗੱਲਾਂ ਨਾਲ ਨਾਲ ਨੇ। ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ ਨੇ, ਸਾਰਾ ਕੁਝ ਹੀ ਹੁੰਦਾ ਹੈ। ਆਪਾਂ ਸਾਰਿਆਂ ਤੇ ਐਲੀਗੇਸ਼ਨ ਨਹੀਂ ਲਾ ਸਕਦੇ। ਯੂਥ ਸਾਰਾ ਮਾੜਾ ਵੀ ਨਹੀਂ ਹੈ ਤੇ ਯੂਥ ਸਾਰਾ ਚੰਗਾ ਵੀ ਨਹੀਂ ਹੈ, ਠੀਕ ਹੈ। ਲੇਖਕ ਹਰ ਬੰਦੇ ਨੂੰ, ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਡਿਜੀਟਲ ਯੁੱਗ ਆ ਗਿਆ ਪਿਛਲੇ 15 ਸਾਲਾਂ ਦੇ ਵਿੱਚ। ਫੇਸਬੁੱਕ ਤੇ ਤੁਸੀਂ ਕੋਈ ਵੀ ਰਚਨਾ ਪਾਓ, ਤੁਹਾਨੂੰ 100 ਲਾਈਕ ਮਿਲ ਗਿਆ, ਤੁਹਾਨੂੰ ਐਂ ਲੱਗਦਾ ਕਿ ਮੈਂ ਤਾਂ ਲੇਖਕ ਬਣ ਗਿਆ। ਹਾਲਾਂਕਿ ਇਹ ਹੁੰਦਾ ਨਹੀਂ। ਉਹ ਲਾਈਕ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਮਾਣ ਰੱਖਣ ਲਈ ਵੀ ਲਾਈਕ ਕੀਤਾ ਜਾ ਰਿਹਾ ਹੁੰਦਾ ਹੈ ਨਾ। ਤੇ ਜੇ ਅਗਲਾ ਇਹ ਸੋਚਣ ਲੱਗ ਪਏ ਲਿਖਣ ਵਾਲਾ ਕਿ ਮੈਂ ਤਾਂ ਬਹੁਤ ਵੱਡਾ ਲੇਖਕ ਹੋ ਗਿਆ, ਫਿਰ ਤਾਂ ਉਹਦਾ ਖੜੋਤ ਆ ਗਈ, ਫਿਰ ਤਾਂ ਰੁਕ ਗਿਆ। ਤੇ ਜੇ ਉਹ ਪੜ੍ਹਦਾ ਰਵੇ, ਇਸ ਗੱਲ ਨੂੰ ਅਹਿਮੀਅਤ ਨਾ ਦੇਵੇ, क्रिटिसिज्म बर्दाश्त करना सीख लवे। बशीर बदर का एक शेर है कि मुखालफत मेरी शख्सियत संवरती है, मैं दुश्मनों का बहुत एहतराम करता हूँ। ਜਦੋਂ ਬੰਦਾ ਇਹ ਸੋਚ ਸ਼ੁਰੂ ਕਰ ਦੇਵੇ ਕਿ ਮੈਂ ਆਪਣੀ ਮੁਖਾਲਫਤ ਬਰਦਾਸ਼ਤ ਕਰ ਸਕਦਾ, ਉਹ ਲੇਖਕ ਬਣਨ ਵੱਲ ਰੁਚਿਤ ਹੋ ਜਾਂਦਾ। ਜਦੋਂ ਬਰਦਾਸ਼ਤ ਨਾ ਕਰੇ, ਉਹਦੀ ਖੜੋਤ ਆ ਜਾਂਦੀ ਹੈ। ਤੇ ਖੜੋਤ ਆਉਣੀ ਤਾਂ ਤੁਹਾਨੂੰ ਪਤਾ ਕਿ ਬਹੁਤ ਮਾੜੀ ਹੁੰਦੀ ਹੈ। ਤਾਂ ਤੁਸੀਂ ਡਿਜੀਟਲ ਯੁੱਗ ਦੀ ਜਿਹੜੀ ਗੱਲ ਕੀਤੀ ਹੈ, ਤੁਸੀਂ ਕਿਹਾ ਫੇਸਬੁੱਕ ਦੇ ਉੱਤੇ ਅੱਜ ਕੱਲ੍ਹ ਦਾ ਜਿਹੜਾ ਲੇਖਕ ਆ ਉਹ ਆਪਣੀ ਕਵਿਤਾ ਪੋਸਟ ਕਰ ਦਿੰਦਾ, ਤਾਂ ਉਹਦੇ ਨਾਲ ਹੀ ਡਿਜੀਟਲ ਯੁੱਗ ਦੇ ਵਿੱਚ PDF ਦਾ ਦੌਰ ਜਿਹੜਾ ਪ੍ਰਚਲਨ ਆ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਪੁਸਤਕ ਵਿਕਰੀ ਦੇ ਵਿੱਚ ਕੋਈ ਖੜੋਤ ਆਈ ਹੈ? ਦੇਖੋ, ਜਿਹੜੇ ਵੱਡੇ ਲੇਖਕ ਨੇ ਨਾ, ਸਨਮਾਨਿਤ ਲੇਖਕ ਨੇ, ਜਿਨ੍ਹਾਂ ਦਾ ਬਹੁਤ ਸਤਿਕਾਰ ਨਾਲ ਨਾਂ ਲਿਆ ਜਾਂਦਾ, ਜਿਹੜੇ ਵੱਧ ਪੜ੍ਹੇ ਜਾਂਦੇ, ਉਹਨਾਂ ਨੇ ਕੋਈ ਵੀ PDF ਨਹੀਂ ਮਿਲਦੀ। PDF ਕੌਣ ਪਾਉਂਦਾ ਹੈ? ਇੱਕ ਨਵਾਂ ਲੇਖਕ ਹੀ ਪਾਉਂਦਾ, ਲੈ ਵੀ ਮੇਰੀ ਕਿਤਾਬ ਨਹੀਂ ਪਹੁੰਚਦੀ, ਮੈਂ PDF ਭੇਜ ਦਿੰਦਾ। ਤੇ ਜਦੋਂ PDF ਪਹੁੰਚਦੀ, ਉਹ ਫਾਰਵਰਡ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਗੇ। ਤੇ ਜਿਹਨੇ ਕਿਤਾਬ ਲੈਣੀ ਵੀ ਹੁੰਦੀ, ਅਗਲਾ ਕਹਿੰਦਾ ਮੇਰੇ ਕੋਲ ਤਾਂ PDF ਹੈਗੀ। ਹਾਲਾਂਕਿ PDF ਪੜ੍ਹੀ ਨਹੀਂ ਜਾਂਦੀ, ਸਿਰਫ ਦੇਖਣ ਵਾਸਤੇ ਹੀ ਹੁੰਦੀ ਹੈ। ਇਹ ਸਾਨੂੰ ਸੋਚ ਲੈਣਾ ਚਾਹੀਦਾ। ਕਿੰਨੇ ਕੁ ਲੋਕਾਂ ਨੇ ਹੁਣ ਤੱਕ PDF ਪੜ੍ਹੀ? ਤੁਸੀਂ ਕਿੰਨੀਆਂ ਕੁ PDF ਪੜ੍ਹੀਆਂ ਨੇ? ਜਾਂ ਤੁਸੀਂ ਆਪਣੇ ਆਲੇ ਦੁਆਲੇ 'ਚ ਨਜ਼ਰ ਮਾਰ ਕੇ ਦੇਖੋ, ਕਿੰਨੇ ਲੋਕਾਂ ਨੇ PDF ਪੜ੍ਹੀਆਂ? PDF ਸਿਰਫ ਦੇਖਣ ਵਾਸਤੇ। ਇਨਫੋਰਮੇਸ਼ਨ ਟੈਕਨੋਲੋਜੀ, ਗੂਗਲ 'ਤੇ ਅਸੀਂ ਸਰਚ ਮਾਰਦੇ ਹਾਂ, ਗੂਗਲ ਇਨਫੋਰਮੇਸ਼ਨ ਦਿੰਦਾ, ਲੇਕਿਨ ਦਿੰਦਾ ਕਿੱਥੋਂ ਹੈ? ਕਿਤਾਬ 'ਚੋਂ ਹੀ ਦਿੰਦਾ ਨਾ। ਅਲਟੀਮੇਟਲੀ ਸਾਨੂੰ ਫਿਰ ਕਿਤਾਬ ਵੱਲ ਪਰਤਣਾ ਪੈਂਦਾ। ਜੇ ਸਾਰਾ ਕੁਝ ਹੀ PDF 'ਤੇ ਹੋਵੇ, ਫਿਰ ਤਾਂ ਕਾਲਜਾਂ ਦੀ ਲੋੜ ਹੀ ਨਹੀਂ ਹੈਗੀ, ਯੂਨੀਵਰਸਿਟੀਆਂ ਦੀ ਲੋੜ ਹੀ ਨਹੀਂ ਹੈਗੀ, ਹੈ ਨਾ। ਖਾਲੀ PDF ਨਾਲ ਕੁਝ ਨਹੀਂ ਹੁੰਦਾ। ਹਾਂ, ਡਿਜੀਟਲ ਯੁੱਗ ਦਾ ਬਹੁਤ ਵੱਡਾ ਰੋਲ ਹੈ ਸਾਹਿਤ ਨੂੰ ਪ੍ਰਮੋਟ ਕਰਨ ਦੇ ਵਿੱਚ। ਅਸੀਂ ਇੱਕ ਕਿਤਾਬ ਦੀ ਇਨਫੋਰਮੇਸ਼ਨ ਫੇਸਬੁੱਕ 'ਤੇ ਪਾਉਂਦੇ ਹਾਂ ਅਤੇ ਸ਼ਾਮ ਨੂੰ 5000 ਲੋਕਾਂ ਤੱਕ ਪਹੁੰਚ ਜਾਂਦੀ ਹੈ। WhatsApp 'ਤੇ ਪਾਉਂਦੇ ਹਾਂ, 5-7 ਹਜ਼ਾਰ ਲੋਕਾਂ ਤੱਕ ਪਹੁੰਚ ਜਾਂਦੀ। ਮਤਲਬ ਹੈ ਕਿ ਸਾਡੇ 90% ਪਾਠਕਾਂ ਤੱਕ ਗੱਲ ਪਹੁੰਚ ਜਾਂਦੀ ਹੈ ਅਤੇ ਫਿਰ ਉਹਦੀ ਸੇਲ ਨਿਕਲਦੀ ਹੈ। ਫਿਰ ਲੱਭਦੇ ਕਿ ਕਿਤਾਬ ਮੈਨੂੰ ਕਿੱਥੋਂ ਮਿਲ ਸਕਦੀ ਹੈ। ਸੋ ਅਸੀਂ ਉਸ ਨੂੰ ਉਸ ਐਂਗਲ ਤੋਂ ਵਰਤਦੇ ਹਾਂ। ਜਿਹੜੇ ਵੀ ਐਂਗਲ ਤੋਂ ਉਹਨੂੰ ਲੱਗਦਾ ਹੈ ਕਿ ਮੈਨੂੰ ਇਹ ਤੋਂ ਬੈਨੀਫਿਟ ਹੋ ਸਕਦਾ, ਵਰਦਾ। ਹੁਣ ਕੋਈ ਫੇਸਬੁੱਕ 'ਤੇ ਰਚਨਾ ਪਾ ਰਿਹਾ, ਮੈਂ ਵੀ ਪਾਉਣਾ, ਮੇਰਾ ਇੱਕ ਆਪਣਾ ਪਾਠਕ ਵਰਗ ਹੈ, ਮੈਨੂੰ ਲਾਈਕ ਦੀ ਬਹੁਤੀ ਲਾਲਚ ਨਹੀਂ ਹੁੰਦਾ। ਮੇਰੇ ਜਿਹੜੇ ਕਮੈਂਟ ਆਉਂਦੇ ਨੇ ਵੱਖਰੀ ਤਰ੍ਹਾਂ ਦੇ ਆਉਂਦੇ ਨੇ, ਹੋਰਾਂ ਦੇ ਵੱਖਰੀ ਤਰ੍ਹਾਂ ਦੇ ਹੁੰਦੇ ਨੇ। ਸੋ ਸਾਰਾ ਬੰਦਾ ਆਪਣੇ ਹਰ ਲੇਖਕ ਆਪਣੇ ਐਂਗਲ ਤੋਂ ਵਰਤ ਰਿਹਾ ਡਿਜੀਟਲ ਮੀਡੀਆ ਨੂੰ, ਔਰ ਡਿਜੀਟਲ ਮੀਡੀਆ ਵੀ ਉਹਨੂੰ ਵਰਤ ਰਿਹਾ। ਮਤਲਬ ਚੈਨਲ ਮੇਰੇ ਹੱਥ 'ਚ ਨਹੀਂ, ਚੈਨਲ ਵਾਲਿਆਂ ਦੇ ਹੱਥ ਦੇ ਵਿੱਚ ਵੀ ਹੈ। ਰਿਮੋਟ ਮੇਰੇ ਹੱਥ 'ਚ ਨਹੀਂ ਹੈ, ਬਹੁਤੀ ਵਾਰੀ ਰਿਮੋਟ ਉਹਨਾਂ ਦੇ ਹੱਥ ਵਿੱਚ ਵੀ ਹੁੰਦਾ। ਸਾਨੂੰ ਇਹ ਸੋਚਣਾ ਚਾਹੀਦਾ ਇਸ ਬਾਰੇ। ਤਾਂ ਗੁਲਾਟੀ ਸਾਹਿਬ, ਤੁਸੀਂ ਸਮਰੱਥ ਗਜ਼ਲ ਗੋ, ਤਾਂ ਮੈਂ ਇੱਥੇ ਕਹੂੰਗਾ ਕਿ ਸਾਡੇ ਦਰਸ਼ਕਾਂ ਨਾਲ ਆਪਣੀ ਇੱਕ ਗਜ਼ਲ ਜਿਹੜੀ ਤੁਹਾਡੀ ਮਨਪਸੰਦੀਦਾ ਗਜ਼ਲ ਆ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਮਨਪਸੰਦ ਤਾਂ ਸਾਰੀਆਂ ਗਜ਼ਲਾਂ ਹੁੰਦੀਆਂ ਨੇ। ਸ਼ਾਇਰੀ ਤਾਂ ਕਦੀ ਵੀ ਆਪਣੀ ਨਾਪਸੰਦ ਨਹੀਂ ਹੋਇਆ ਕਰਦੀ, ਪਰ ਸਾਰੀ ਹਰ ਵੇਲੇ ਯਾਦ ਵੀ ਨਹੀਂ ਹੁੰਦੀ। ਕੁਛ ਸ਼ੇਰ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਕਿ ਗੱਲ ਤਾਂ ਛੋਟੀ ਜਿਹੀ ਹੈ, ਗੱਲ ਇਹ ਵੱਡੀ ਨਹੀਂ। ਗੱਲ ਤਾਂ ਛੋਟੀ ਜਿਹੀ ਹੈ, ਗੱਲ ਇਹ ਵੱਡੀ ਨਹੀਂ। ਹੁਣ ਕਿਸੇ ਵੀ ਸ਼ਖਸ ਅੰਦਰ ਰੀੜ੍ਹ ਦੀ ਹੱਡੀ ਨਹੀਂ। ਹੁਣ ਕਿਸੇ ਵੀ ਸ਼ਖਸ ਅੰਦਰ ਰੀੜ੍ਹ ਦੀ ਹੱਡੀ ਨਹੀਂ। ਜਾਂ ਵਿਕਣ ਦਾ ਹੋਰ ਰਸਤਾ ਲੱਭ ਲਿਆ ਹੈ, ਵਿਕਣ ਦਾ ਹੋਰ ਰਸਤਾ ਲੱਭ ਲਿਆ ਹੈ, ਮੈਂ ਖੁਦ ਨੂੰ ਔਨਲਾਈਨ ਕਰ ਲਿਆ ਹੈ। ਵਿਕਣ ਦਾ ਹੋਰ ਰਸਤਾ ਲੱਭ ਲਿਆ ਹੈ, ਮੈਂ ਖੁਦ ਨੂੰ ਔਨਲਾਈਨ ਕਰ ਲਿਆ ਹੈ। ਇੱਕ ਗਜ਼ਲ ਕਿ ਉਦਾਸੀ ਕਰਦਿਆਂ ਹੋਇਆਂ ਅਮੂਮਨ ਛੱਤ ਨਹੀਂ ਮਿਲਦੀ। ਉਦਾਸੀ ਕਰਦਿਆਂ ਹੋਇਆਂ ਅਮੂਮਨ ਛੱਤ ਨਹੀਂ ਮਿਲਦੀ। ਜੇ ਕਿਧਰੇ ਛੱਤ ਮਿਲ ਜਾਂਦੀ ਵੀ ਹੈ, ਰਾਹਤ ਨਹੀਂ ਮਿਲਦੀ। ਜੇ ਕਿਧਰੇ ਛੱਤ ਮਿਲ ਜਾਂਦੀ ਵੀ ਹੈ, ਰਾਹਤ ਨਹੀਂ ਮਿਲਦੀ। ਸਾਡੇ ਚਾਹੁਣ 'ਤੇ ਵੀ ਉਹ ਕਦੇ ਇਕੱਠੇ ਨਹੀਂ ਮਿਲਦੇ। ਕਦੇ ਸੂਰਤ ਨਹੀਂ ਮਿਲਦੀ, ਕਦੇ ਸੀਰਤ ਨਹੀਂ ਮਿਲਦੀ। ਸਾਡੇ ਚਾਹੁਣ 'ਤੇ ਵੀ ਉਹ ਕਦੇ ਇਕੱਠੇ ਨਹੀਂ ਮਿਲਦੇ। ਕਦੇ ਸੂਰਤ ਨਹੀਂ ਮਿਲਦੀ, ਕਦੇ ਸੀਰਤ ਨਹੀਂ ਮਿਲਦੀ। ਔਰ ਵਿਕਣ ਲਈ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ। ਵਿਕਣ ਲਈ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ। ਕਦੇ ਗਾਹਕ ਨਹੀਂ ਮਿਲਦਾ, ਕਦੇ ਕੀਮਤ ਨਹੀਂ ਮਿਲਦੀ। ਕਦੇ ਗਾਹਕ ਨਹੀਂ ਮਿਲਦਾ, ਕਦੇ ਕੀਮਤ ਨਹੀਂ ਮਿਲਦੀ। ਮੇਰੀ ਤੁਲਨਾ ਵੀ ਕਰਦਾ ਹੈ ਤਾਂ ਉਸ ਦੇ ਨਾਲ ਕਰਦਾ ਹੈ। ਮੇਰੀ ਤੁਲਨਾ ਵੀ ਕਰਦਾ ਹੈ ਤਾਂ ਉਸ ਦੇ ਨਾਲ ਕਰਦਾ ਹੈ ਕਿ ਜਿਸ ਦੇ ਨਾਲ ਮੇਰੀ ਇੱਕ ਵੀ ਆਦਤ ਨਹੀਂ ਮਿਲਦੀ।
ਕਿ ਜਿਸ ਦੇ ਨਾਲ ਮੇਰੀ ਇੱਕ ਵੀ ਆਦਤ ਨਹੀਂ। ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ੇਅਰ ਨੇ। ਬਹੁਤ ਸੋਹਣੇ ਸ਼ੇਅਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ ਜੀ। ਤਾਂ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਕਿ ਤੁਹਾਡੀਆਂ ਕਿਤਾਬਾਂ ਦੇ ਜਦੋਂ ਸਰਵਰਕ ਮੈਂ ਦੇਖਦਾ ਤਾਂ ਉਹਨਾਂ ਸਰਵਰਕਾਂ ਦੇ ਉੱਤੇ ਹੈ ਨਾ ਚੁੱਪ ਇੱਕ ਅਜਿਹਾ ਬਿੰਬ ਆ ਹੈ ਨਾ ਹਰ ਸਰਵਰਕ ਦੇ ਉੱਤੇ ਮੈਨੂੰ ਲੱਗਦਾ ਉਹ ਹੈ। ਤਾਂ ਕੀ ਕਾਰਨ ਹੈ ਵੀ ਕਿਤਾਬਾਂ ਦੇ ਨਾਂ ਦੇ ਵਿੱਚ ਚੁੱਪ ਹਰ ਦੇ ਵਿੱਚ ਅਹਿਮ ਹੈ? ਬੰਦਾ ਸਭ ਤੋਂ ਵੱਧ ਜੇ ਨੇੜੇ ਰਹਿੰਦਾ ਤਾਂ ਚੁੱਪ ਦੇ ਨੇੜੇ ਰਹਿੰਦਾ। ਮੈਨੂੰ ਲੱਗਦਾ ਕਿ ਜਦੋਂ ਬੰਦਾ ਆਪਣੇ ਆਪ ਨਾਲ ਗੱਲ ਕਰ ਰਿਹਾ ਹੁੰਦਾ, ਉਹਨੂੰ ਕੁਝ ਨਹੀਂ ਸੁਣ ਰਿਹਾ ਹੁੰਦਾ, ਮਤਲਬ ਉਹਨੂੰ ਕੋਈ ਨਹੀਂ ਸੁਣ ਰਿਹਾ ਹੁੰਦਾ, ਲੇਕਿਨ ਇੱਕ ਚੁੱਪ ਹੈ ਜਿਹੜੀ ਉਹਨੂੰ ਸੁਣ ਰਹੀ ਹੁੰਦੀ ਹੈ, ਜਾਂ ਉਹ ਚੁੱਪ ਨੂੰ ਦੇਖ ਰਿਹਾ ਹੁੰਦਾ, ਸੁਣ ਰਿਹਾ ਹੁੰਦਾ, ਮਹਿਸੂਸ ਕਰ ਰਿਹਾ ਹੁੰਦਾ। ਮੈਨੂੰ ਲੱਗਦਾ ਜਿਹੜੀ ਕੁਦਰਤ ਹੈ ਨਾ ਉਹ ਚੁੱਪ ਰਹਿੰਦੀ ਹੈ ਹਮੇਸ਼ਾ। ਕੁਦਰਤ ਕਦੀ ਰੌਲਾ ਨਹੀਂ ਪਾਉਂਦੀ, ਉਹ ਛੋਟੀ ਜਿਹੀ ਗੱਲ ਦਾ ਇਹ ਨਹੀਂ ਕਰਦੀ ਮੈਂ ਆਹ ਕਰ ਲਿਆ ਉਹ ਕਰ ਲਿਆ। ਕਦੀ ਕੁਦਰਤ ਨੂੰ ਰੁੱਖ ਸਾਨੂੰ ਛਾਂ ਦਿੰਦੇ ਆ, ਹਵਾ ਦਿੰਦੇ ਆ, ਆਕਸੀਜਨ ਦਿੰਦੇ ਆ, ਕਦੀ ਬੋਲਦੇ ਨਹੀਂ ਹੈ ਨਾ। ਪਾਣੀ ਹੈ, ਪਾਣੀ ਦੀ ਕੋਈ ਆਪਣੀ ਆਵਾਜ਼ ਨਹੀਂ ਹੁੰਦੀ। ਪਾਣੀ ਕਿਸੇ ਨਾਲ ਟਕਰਾ ਕੇ ਸਾਊਂਡ ਪੈਦਾ ਕਰਦਾ ਹੈ। ਪਾਣੀ ਪੱਥਰ ਨਾਲ ਟਕਰਾਉਂਦਾ ਉਹਦੀ ਆਵਾਜ਼ ਆਉਂਦੀ ਹੈ, ਲੇਕਿਨ ਪਾਣੀ ਦੀ ਆਪਣੀ ਕੋਈ ਆਵਾਜ਼ ਨਹੀਂ ਹੁੰਦੀ। ਜਿਹੜੀਆਂ ਚੀਜ਼ਾਂ ਕੁਦਰਤ ਦੇ ਨੇੜੇ ਨੇ, ਫੁੱਲਾਂ ਦੀ ਕੋਈ ਆਵਾਜ਼ ਨਹੀਂ ਹੁੰਦੀ। ਫੁੱਲਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਹੈ ਨਾ, ਉਹਦੀ ਖੁਸ਼ਬੂ ਤੁਸੀਂ ਮਹਿਸੂਸ ਕਰਦੇ ਹੋ, ਕੋਈ ਆਵਾਜ਼ ਤੁਹਾਨੂੰ ਬੁਲਾਉਂਦੇ ਨਹੀਂ ਕਿ ਮੇਰੇ ਕੋਲ ਆ ਕੇ ਬੈਠੋ ਹੈ ਨਾ। ਚੁੱਪ ਹੈ ਜਿਹੜੀ ਹੈ ਉਹ ਤੁਹਾਨੂੰ ਮਹਿਸੂਸ ਕਰਨ 'ਤੇ ਹੈ, ਤੁਸੀਂ ਕਿੰਨਾ ਕੁ ਉਹਦੀ ਸ਼ਿੱਦਤ ਨਾਲ ਮਹਿਸੂਸ ਕਰਦੇ ਹੋ। ਅਤੇ ਮੈਨੂੰ ਲੱਗਦਾ ਮੈਂ ਕੁਦਰਤ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾ। ਨੇੜੇ ਤਾਂ ਨਹੀਂ ਰਹਿ ਸਕਦਾ ਕਿਉਂਕਿ ਪਦਾਰਥਵਾਦੀ ਜ਼ਿੰਦਗੀ ਦਾ ਯੁੱਗ ਹੈ, ਪਦਾਰਥਵਾਦੀ ਯੁੱਗ ਹੈ, ਤੁਹਾਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ, ਤੁਹਾਨੂੰ ਬਹੁਤ ਉਹੋ ਜਿਹੀਆਂ ਲੋੜਾਂ ਵੀ ਪੈਦਾ ਕਰਨੀਆਂ ਪੈਂਦੀਆਂ ਨੇ, ਸ਼ਾਇਦ ਤੁਹਾਡੀ ਜਾਤੀ ਜ਼ਿੰਦਗੀ 'ਚ ਉਹਦੀ ਨਹੀਂ ਅਰਥ ਹੁੰਦਾ ਕੋਈ। ਸੋ ਇਸ ਕਰਕੇ ਮੈਂ ਚੁੱਪ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾ। ਤਾਰਿਆਂ ਨਾਲ ਮੇਰਾ ਫਿਜ਼ਿਕਸ ਪੜ੍ਹਦਾ ਰਹਿੰਦਾ ਮੈਂ, ਮੇਰਾ ਫੇਵਰੇਟ ਵਿਸ਼ਾ ਫਿਲਾਸਫੀ ਵਿਸ਼ਾ ਮੇਰਾ। ਜਦੋਂ ਮੈਂ ਕੁਦਰਤ ਨੂੰ, ਤਾਰਿਆਂ ਨੂੰ ਦੇਖਦਾ ਤਾਂ ਉਹ ਗੱਲਾਂ ਕਰਦੇ ਨੇ, ਮੈਨੂੰ ਲੱਗਦਾ ਕਿ ਮੈਂ ਉਹਨਾਂ ਨਾਲ ਗੱਲਾਂ ਸੰਵਾਦ ਕਰ ਰਿਹਾ ਹੁੰਦਾ, ਅਤੇ ਮੈਨੂੰ ਲੱਗਦਾ ਉਹ ਸੰਵਾਦ ਚੁੱਪ ਦੀ ਭਾਸ਼ਾ 'ਚ ਹੋ ਸਕਦਾ। ਇਸੇ ਕਰਕੇ ਮੇਰੀਆਂ ਸਾਰੀਆਂ ਗਜ਼ਲਾਂ, ਬਹੁਤ ਸਾਰੇ ਸ਼ੇਅਰ ਨੇ, ਇੱਕ ਕਿਤਾਬ 'ਚ 20-20, 50-50 ਸ਼ੇਅਰ ਨੇ ਜਿਹਨਾਂ ਨਾਲ ਕਿਤੇ ਨਾ ਕਿਤੇ ਚੁੱਪ ਉਹਦੇ ਵਿੱਚ ਚਿਹਨ ਆਉਂਦਾ ਹੈ। ਚੁੱਪ ਦਾ ਚਿਹਨ, ਚੁੱਪ ਦਾ ਮੈਟਾਫਰ ਮੈਂ ਵਰਤਦਾ ਇਸੇ ਕਰਕੇ ਕਿ ਮੈਨੂੰ ਲੱਗਦਾ ਕਿ ਮੈਂ ਆਪਣੀ ਗੱਲ ਵੱਧ ਤੋਂ ਵੱਧ ਚੁੱਪ ਰਾਹੀਂ ਬਿਆਨ ਕਰ ਸਕਦਾ। ਅਤੇ ਜੇ ਚੁੱਪ ਰਹਿ ਕੇ ਬੰਦਾ ਗੱਲ ਕਰ ਸਕਦਾ ਹੋਵੇ ਤਾਂ ਹੋਰ ਕੀ ਚਾਹੀਦਾ ਫਿਰ ਉਸਨੂੰ। ਤਾਂ ਗੁਲਾਟੀ ਸਾਹਿਬ ਮੈਂ ਇੱਕ ਹੋਰ ਗੱਲ ਜਿਹੜੀ ਕਰਨੀ ਚਾਹੂੰਗਾ ਕਿ ਚੇਤਨਾ ਪ੍ਰਕਾਸ਼ਨ ਵੱਡੇ ਜਿਹੜੇ ਲੇਖਕ ਨੇ ਉਹਨਾਂ ਨੂੰ ਰਾਇਲਟੀ ਵੀ ਦਿੰਦਾ ਹੈ, ਤਾਂ ਉਸ ਦੇ ਨਾਲ ਹੀ ਮੈਂ ਪੁੱਛਣਾ ਚਾਹੂੰ ਕਿ ਜਿਹੜੇ ਨਵੇਂ ਲੇਖਕ ਹੈ ਕੀ ਉਹਨਾਂ ਨੂੰ ਵੀ ਰਾਇਲਟੀ ਦਿੱਤੀ ਜਾਂਦੀ ਹੈ? ਨਵੇਂ ਲੇਖਕ ਨੂੰ ਨਵੇਂ ਪਰਿੰਦੋਂ ਕੋ ਉੜਨੇ ਮੇਂ ਵਕਤ ਤੋਂ ਲੱਗਦਾ ਹੈ। ਨਵੇਂ ਨੂੰ ਪੁਰਾਣਾ ਹੋਣ ਨੂੰ ਬਹੁਤ ਸਮਾਂ ਲੱਗਦਾ। ਫਾਰ ਐਗਜ਼ਾਮਪਲ ਕਿ ਗੁਰਦਿਆਲ ਸਿੰਘ ਨੇ ਆਪਣੀ ਪਹਿਲਾਂ ਕਿਤਾਬਾਂ ਆਪ ਛਾਪੀਆਂ ਸੀਗੀਆਂ। ਜਦੋਂ ਉਹਨਾਂ ਦਾ ਨਾਮ ਬਣਨਾ ਸ਼ੁਰੂ ਹੋ ਗਿਆ ਫਿਰ ਪ੍ਰਕਾਸ਼ਕ ਉਹਨਾਂ ਨੂੰ ਮਿਲੇ ਨੇ, ਫਿਰ ਹੁਣ ਰਾਇਲਟੀ ਮਿਲ ਰਹੀ ਹੈ। ਜਸਵੰਤ ਸਿੰਘ ਕੰਵਲ ਨੇ ਪਹਿਲੀ ਕਿਤਾਬ ਆਪਣੀ ਪਬਲਿਸ਼ ਕੀਤੀ ਸੀ। ਨਵੇਂ ਲੇਖਕ ਨੂੰ ਕੀ ਹੈ ਕਿ ਨਵੇਂ ਲੇਖਕ ਨੂੰ ਇਹ ਭਰਮ ਹੁੰਦਾ ਹੈ ਕਿ ਮੈਨੂੰ ਸ਼ਾਇਦ ਪ੍ਰਕਾਸ਼ਕ ਮੈਨੂੰ ਲੁੱਟ ਰਿਹਾ ਜਾਂ ਪ੍ਰਕਾਸ਼ਕ ਮੈਨੂੰ ਅਵੇਅਰ ਕਰ ਰਿਹਾ, ਮੇਰੇ ਵੱਲ ਧਿਆਨ ਨਹੀਂ ਦੇ ਰਿਹਾ। ਐਸਾ ਨਹੀਂ ਹੁੰਦਾ। ਜੇ ਉਹ ਸਾਡੀ ਸੀਟ 'ਤੇ ਆ ਕੇ ਬੈਠੇ ਤਾਂ ਉਹਨੂੰ ਲੱਗੇਗਾ ਕਿ ਇਹ ਗੱਲ ਕੁਝ ਹੋਰ ਹੈ। ਮਸਲਨ ਕਿ ਬਹੁਤ ਸਾਰੀਆਂ ਰਚਨਾਵਾਂ ਅਸੀਂ ਅਖਬਾਰਾਂ ਨੂੰ ਭੇਜ ਦਿੰਦੇ ਹਾਂ ਅਤੇ ਅਖਬਾਰ ਸਾਨੂੰ ਰੱਦ ਕਰ ਦਿੰਦੇ ਹਨ, ਰਿਫਿਊਜ਼ ਕਰ। ਮੇਰੀਆਂ ਆਪਣੀਆਂ ਰਚਨਾਵਾਂ ਰਿਫਿਊਜ਼ ਕੀਤੀਆਂ ਹੋਈਆਂ ਨੇ, ਭਾਵੇਂ ਉਹ ਐਡੀਟਰ ਮੇਰੇ ਦੋਸਤ ਨੇ ਅੱਜ ਕੱਲ੍ਹ। ਤੋ ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਮੈंने ਰਿਫਿਊਜ਼ ਕਿਉਂ ਕੀਤਾ। ਹੋ ਸਕਦਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਮੈਂ ਉਸ ਵੇਲੇ ਨਾ ਫਿੱਟ ਆਉਂਦਾ ਹੋਵਾਂ, ਜਾਂ ਉਹ ਰਚਨਾ ਮੇਰੀ ਉਸ ਮਿਆਰ ਦੀ ਨਾ ਹੋਵੇ, ਜਾਂ ਉਸ ਅਖਬਾਰ ਦੇ ਵਿੱਚ ਛਪ ਸਕਦੀ ਹੋਵੇ। ਇਹੀ ਕਾਰਨ ਹੈ ਕਿ ਨਵਾਂ ਲੇਖਕ ਕੇ ਮਹਿਸੂਸ ਕਰਦਾ ਕਿ ਮੈਨੂੰ ਆ ਸਾਰਾ ਕੁਝ ਮਿਲਣਾ ਚਾਹੀਦਾ, ਪਰ ਜਦੋਂ ਪੁਰਾਣਾ ਹੋ ਜਾਂਦਾ ਉਹਨੂੰ ਸਭ ਕੁਝ ਮਿਲਦਾ। ਤਾਂ ਗੁਲਾਟੀ ਸਾਹਿਬ ਤੁਸੀਂ ਆਹ ਗੱਲ ਕਹੀ ਹੈ ਕਿ ਹੈ ਨਾ ਜੇ ਕੋਈ ਰਿਜੈਕਟ ਕਰਦਾ ਤਾਂ ਉਹਨੂੰ ਮਤਲਬ ਗੁੱਸਾ ਨਹੀਂ ਕਰਨਾ ਚਾਹੀਦਾ ਹੈਗਾ। ਇਹ ਗੱਲ ਹੈ ਵੀ ਇੱਕ ਗੱਲ ਹੋਰ ਪ੍ਰਚਾਰੀ ਜਾਂਦੀ ਹੈ ਕਿ ਜਿਹੜੇ ਪ੍ਰਕਾਸ਼ਕ ਨੇ ਹੈ ਨਾ ਉਹ ਕਿਤੇ ਨਾ ਕਿਤੇ ਪੁਸਤਕ ਛਪਵਾਉਣ ਦੇ ਲਈ ਵਾਧੂ ਪੈਸਿਆਂ ਦੀ ਮੰਗ ਕਰਦੇ ਨੇ। ਇਸ ਕਰਕੇ ਨਵੇਂ ਪ੍ਰਕਾਸ਼ਕ ਜਿਹੜੇ ਆ ਉਹ ਪੈਦਾ ਹੋ ਰਹੇ ਆ, ਅਤੇ ਕੱਚ ਘਰੜ ਸਾਹਿਤ ਵੀ ਜਿਹੜਾ ਆ ਉਹ ਰਚਿਆ ਜਾ ਰਿਹਾ, ਉਹ ਵੀ ਪਬਲਿਸ਼ ਕੀਤਾ ਜਾ ਰਿਹਾ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਇਹ ਬਹੁਤ ਵਧੀਆ ਸਵਾਲ ਹੈ। ਇਹ ਵਾਕਈ ਸਵਾਲ ਵੱਡਾ ਹੈ। ਇਹ ਇਸ ਕਰਕੇ ਹੈ ਕਿ ਮੈਂ ਅੱਜ ਪਬਲਿਸ਼ਰ ਹਾਂ। 4000 ਟਾਈਟਲ ਤੋਂ ਉੱਪਰ ਅਸੀਂ ਪਬਲਿਸ਼ ਕਰ ਚੁੱਕੇ ਹਾਂ। 250 ਕਿਤਾਬਾਂ ਸਾਡੀਆਂ ਆਉਂਦੀਆਂ ਨੇ। ਸਾਡੀ ਆਪਣੀ ਜ਼ਿੰਮੇਵਾਰੀ ਹੈ ਇੱਕ। ਮੇਰੇ ਕੋਲ ਰੋਜ਼ 2-4 ਫੋਨ ਆਉਂਦੇ ਨੇ, ਜੀ ਕਿੰਨੇ ਪੈਸੇ ਲਓਗੇ ਜੀ, ਹੈ ਆਹ ਕਿਤਾਬ ਦਾ ਖਰੜਾ। ਅਸੀਂ ਉਹਨਾਂ ਨੂੰ ਕਹਿੰਦੇ ਪਹਿਲਾਂ ਮੈਟਰ ਭੇਜੋ, ਮੈਟਰ ਪੜ੍ਹਾਂਗੇ, ਡਿਸਾਈਡ ਕਰਾਂਗੇ। ਸਾਡਾ ਕਿ ਐਡੀਟੋਰੀਅਲ ਬੋਰਡ ਹੈ, ਜਦੋਂ ਫਾਈਨਲ ਕਰ ਲੂਗਾ ਬਾਕੀ ਗੱਲ ਤਾਂ ਬਾਅਦ 'ਚ ਹੋਏਗੀ, ਬਿਜ਼ਨਸ ਦੀ ਗੱਲ। ਉਹ ਕਹਿਣਗੇ ਤੁਸੀਂ ਪੈਸੇ ਦੱਸੋ ਜੀ। ਅਸੀਂ ਉਹਨਾਂ ਨੂੰ ਕਹਿੰਦੇ ਭਾਈ ਇਹ ਵਿਆਹ ਜਾਂ ਭੋਗ ਦਾ ਕਾਰਡ ਤਾਂ ਹੈ ਨਹੀਂ ਕਿ ਛਾਪ ਦਈਏ ਅਤੇ ਤੁਸੀਂ ਵੰਡਤਾ। ਕਿਤਾਬ ਦੀ ਜ਼ਿੰਮੇਵਾਰੀ ਹੈ ਪ੍ਰਕਾਸ਼ਕ ਦੀ। ਸੋ ਬਹੁਤ ਸਾਰੀਆਂ ਰਿਫਿਊਜ਼ ਹੋਈਆਂ ਸਾਡੀਆਂ ਕਿਤਾਬਾਂ ਵੀ ਛਪੀ ਜਾ ਰਹੀਆਂ ਨੇ। ਉਹ ਫਿਰ ਨਵੇਂ ਜਿਹੜੇ ਪ੍ਰਕਾਸ਼ਕ ਬਣੇ ਨੇ ਉਹ ਕਰ ਰਹੇ ਨੇ। ਘੱਟੋ ਘੱਟ ਅਸੀਂ ਇਸ ਗੱਲ ਦਾ ਕਹਿ ਸਕਦੇ ਹਾਂ, ਹਾਂ ਕੰਪਰੋਮਾਈਜ਼ ਸਾਨੂੰ ਵੀ ਕਰਨੇ ਪਏ ਨੇ 2-4%, ਲੇਕਿਨ 95% ਅਸੀਂ ਕਹਿ ਸਕਦੇ ਹਾਂ ਸਾਨੂੰ ਆਪਣੀਆਂ ਕਿਤਾਬਾਂ 'ਤੇ ਮਾਣ ਹੈ, ਫਖਰ ਹੈ ਇਸ ਗੱਲ ਦਾ। ਤਾਂ ਗੁਲਾਟੀ ਸਾਹਿਬ ਇੱਕ ਗੱਲ ਆਮ ਤੌਰ 'ਤੇ ਪ੍ਰਚਾਰੀ ਜਾਂਦੀ ਹੈ ਕਿ ਪਾਠਕਾਂ ਦੀ ਕਮੀ ਹੈ। ਅੱਜ ਦੇ ਦੌਰ ਦੇ ਵਿੱਚ ਪਾਠਕਾਂ ਦੀ ਕਮੀ ਹੈ। ਲੋਕ ਜਿਹੜੇ ਆ ਮੋਬਾਈਲ ਦੇ ਵਿੱਚ ਹੀ ਗ੍ਰਸਤ ਹੋ ਕੇ ਰਹਿ ਗਏ ਆ।
ਤਾਂ ਜਿਹੜਾ ਲੱਖਾਂ ਦਾ ਸਾਹਿਤ ਪੁਸਤਕ ਮੇਲਿਆਂ 'ਚ ਵਿਕ ਜਾਂਦਾ ਉਹ ਫਿਰ ਕਿਵੇਂ ਵਿਕ ਜਾਂਦਾ? ਤਾਂ ਪਾਠਕਾਂ ਦੀ ਜਿਹੜੀ ਘਾਟ ਦਾ ਰੋਣਾ ਰੋਇਆ ਜਾਂਦਾ ਉਹ ਕਾਹਤੋਂ ਰੋਇਆ ਜਾਂਦਾ? ਪਹਿਲੀ ਗੱਲ ਤਾਂ ਮੈਂ ਕਦੀ ਨਹੀਂ ਆਖਿਆ ਜਾਂ ਸਾਡੇ ਪ੍ਰਕਾਸ਼ਨ ਨੇ ਕਦੀ ਨਹੀਂ ਆਖਿਆ ਕਿ ਪਾਠਕਾਂ ਦੀ ਕਮੀ ਹੈ। ਜੇ ਪਾਠਕਾਂ ਦੀ ਕਮੀ ਹੁੰਦੀ ਫਿਰ ਅਸੀਂ ਆਹ ਫੀਲਡ 'ਚ ਤਾਂ ਬੰਦ ਕਰਕੇ ਕੁਝ ਹੋਰ ਕੰਮ ਸ਼ੁਰੂ ਕਰ ਲੈਂਦੇ। ਮੈਂ ਪਿਛਲੇ 22 ਸਾਲਾਂ ਤੋਂ ਇਸ ਫੀਲਡ ਜੁੜਿਆ ਹੋਇਆ, 23 ਸਾਲ ਤੋਂ, ਤੇ 4000 ਤੋਂ ਉੱਪਰ ਟਾਈਟਲ ਪ੍ਰਕਾਸ਼ਿਤ ਹੋਏ ਨੇ। ਸਾਡੇ 4 ਆਫਿਸ ਨੇ ਔਰ ਪੂਰੀ ਦੁਨੀਆ ਦੇ ਵਿੱਚ ਨੇ। ਪਹਿਲੇ ਪ੍ਰਕਾਸ਼ਕ ਹਾਂ ਅਸੀਂ ਜਿਹਦਾ ਮੇਨ ਦਫ਼ਤਰ ਲੁਧਿਆਣੇ 'ਚ ਹੈ, ਦੂਜਾ ਕੋਟਕਪੂਰੇ 'ਚ ਹੈ, ਤੀਜਾ ਕੈਨੇਡਾ 'ਚ ਹੈ, ਚੌਥਾ ਅਮਰੀਕਾ ਦੇ ਵਿੱਚ। ਔਰ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਸਾਲ ਆਸਟ੍ਰੇਲੀਆ ਦੇ ਵਿੱਚ ਦਫ਼ਤਰ ਬਣਾ ਰਹੇ ਹਾਂ ਪਰ ਜਿਹੜਾ ਸਾਰੀ ਦੁਨੀਆ ਨੂੰ ਆਪਰੇਟ ਕਰੇਗਾ। ਇਦੋਂ ਵੱਡੀ ਵੱਲ ਕੀ ਗੱਲ ਹੋ ਸਕਦੀ ਹੈ? ਜੇ ਫਿਰ ਕੋਈ ਕਹੇ ਕਿ ਪਾਠਕ ਗਲਤ ਹੈ ਨਹੀਂ ਗਏ, ਤੇ ਅਸੀਂ ਤਾਂ ਕਦੀ ਨਹੀਂ ਆਖਿਆ। ਜੇ ਪਾਠਕ ਨਾ ਹੁੰਦਾ ਤੇ ਫਿਰ ਆ ਸਾਰਾ ਕੁਝ ਨਾ ਹੋਣਾ ਸੀਗਾ। ਪਾਠਕਾਂ ਦੇ ਰੌਲਾ ਉਹੀ ਪਾਉਂਦਾ। ਮੈਂ ਇੱਕ ਗੱਲ ਹੋਰ ਕਰਾਂ ਕਿ ਜਿਹੜੇ ਵੱਡੇ ਲੇਖਕ ਨੇ ਉਹਨਾਂ ਨੇ ਕਦੀ ਨਹੀਂ ਆਖਿਆ ਕਿ ਪਾਠਕ ਨਹੀਂ ਹੈਗਾ। ਉਹਨਾਂ ਦੇ ਤਾਂ ਹਰ ਸਾਲ ਐਡੀਸ਼ਨ ਛਪਦੇ ਨੇ। ਹਮੇਸ਼ਾ ਪਾਠਕਾਂ ਦੀ ਰੋਣਾ ਨਵਾਂ ਲੇਖਕ ਰੋਂਦਾ ਹੈ ਕਿਉਂਕਿ ਉਹਨੂੰ ਉਹਦਾ ਰਿਸਪੌਂਸ ਨਹੀਂ ਮਿਲ ਰਿਹਾ ਹੁੰਦਾ। ਨਵੇਂ ਲੇਖਕ ਨੂੰ ਪੁਰਾਣਾ ਹੋਣ 'ਤੇ ਮੈਂ ਪਹਿਲਾਂ ਹੀ ਕਿਹਾ ਸਮਾਂ ਲੱਗਦਾ। ਜੇ ਨਵਾਂ ਲੇਖਕ ਪ੍ਰੋਪਰ ਚੈਨਲ ਨਾਲ ਚੱਲੇ, ਉਹ ਲਗਾਤਾਰ 5-4 ਸਾਲ ਛਪਦਾ ਰਹੇ ਅਖਬਾਰਾਂ 'ਚ, ਸਾਹਿਤਕ ਮੈਗਜ਼ੀਨਾਂ 'ਚ। ਮੇਰੇ ਕੋਲ ਬਹੁਤ ਸਾਰੇ ਲੇਖਕ ਆਉਂਦੇ ਨੇ, ਉਹਨਾਂ ਨੂੰ ਪੁੱਛੀਦਾ ਤੁਹਾਡਾ ਕਿਹੜਾ ਮੈਗਜ਼ੀਨ ਪੜ੍ਹਿਆ? ਉਹ ਕਹਿੰਦੇ ਸ਼ਿਵ ਕੁਮਾਰ ਪੜ੍ਹਿਆ। ਸ਼ਿਵ ਕੁਮਾਰ ਤੋਂ ਅੱਗੇ ਨਹੀਂ ਤੁਰੇ ਹੁੰਦੇ। ਮੈਗਜ਼ੀਨ ਕੋਈ ਪੜ੍ਹਿਆ ਨਹੀਂ ਹੁੰਦਾ, ਉਹ ਕਿਤਾਬ ਲੈ ਕੇ ਤਿਆਰ ਬੈਠੇ ਹੁੰਦੇ ਨੇ ਔਰ ਛਪ ਵੀ ਰਹੀਆਂ ਨੇ ਕਿਤਾਬਾਂ। ਹੈਰਾਨੀ ਦੀ ਗੱਲ ਹੈ, ਉਹ ਛਪ ਵੀ ਰਹੀਆਂ। ਉਹੀ ਫਿਰ ਕੱਚ ਕਰੜ ਸਾਹਿਤ ਦੇ ਵਿੱਚ ਆਉਂਦਾ। ਉਹੀ ਕੰਪਲੇਂਟ ਕਰਦੇ ਨੇ ਕਿ ਪਾਠਕ ਨਹੀਂ ਮਿਲ ਰਿਹਾ। ਕਦੀ ਵੱਡੇ ਲੇਖਕ ਨੇ, ਕਦੀ ਤੁਹਾਡੇ ਇੱਥੇ ਜਸਵੰਤ ਸਿੰਘ ਕਮਲ ਆਪਣੇ ਢੁੱਡੀ ਕਿਤੋਂ, ਜਾਂ ਗੁਰਦਿਆਲ ਸਿੰਘ ਹੈ, ਜਾਂ ਸੁਰਜੀਤ ਪਾਤਰ ਹੈ, ਡਾਕਟਰ ਜਗਤਾਰ ਹੈ, ਪਾਸ਼ ਹੈ, ਸੁਖਵਿੰਦਰ ਅੰਮ੍ਰਿਤ ਹੈ, ਗੁਰਤੇਜ ਕੁਹਾਰਵਾਲਾ, ਵਿਜੇ ਵਿਵੇਕ ਹੈ। ਇਹਨਾਂ ਨੇ ਕਦੀ ਨਹੀਂ ਆਖਿਆ ਪਾਠਕ ਨਹੀਂ। ਕਈ ਐਡੀਸ਼ਨ ਛਪੇ ਨੇ, ਹੈ ਨਾ। ਇਹ ਉਹੀ ਕਹਿੰਦਾ ਕਿ ਜਿਹਨੂੰ ਉਹ ਮਾਨਤਾ ਨਹੀਂ ਮਿਲ ਰਹੀ ਹੁੰਦੀ। ਹੁਣ ਮਾਨਤਾ ਦਿਵਾਉਣਾ ਪਾਠਕ ਦਾ ਕੰਮ ਤਾਂ ਹੈ ਨਹੀਂ ਵੀ ਪਾਠਕ ਨੂੰ ਚੰਗੀ ਰਚਨਾ ਦਿਓ। ਪਾਠਕ ਤਾਂ ਭੱਜ ਕੇ ਲੈਂਦਾ। ਉਹਨੂੰ ਇਨਫੋਰਮੇਸ਼ਨ ਦਿਓ, ਢੰਗ ਦੀ ਦਿਓ, ਤੇ ਉਹ ਤਾਂ ਲੱਭਦਾ ਕਿਤਾਬ। ਉਹ ਤਾਂ ਮਤਲਬ ਇੱਥੇ ਕਿਤਾਬ ਆਉਂਦੀ ਪਿੱਛੋਂ ਲੋਕ ਡਿਮਾਂਡ ਪਹਿਲਾਂ ਕਰਦੇ ਨੇ, ਬਸ਼ਰਤੇ ਕਿ ਕਿਤਾਬ ਹੋਵੇ। ਹੁਣ ਹਰ ਛਪਿਆ ਜਿਹੜਾ ਸਾਰਾ ਕੁਝ ਉਹ ਕਿਤਾਬ ਤਾਂ ਨਹੀਂ ਹੋ ਸਕਦਾ ਨਾ। ਇਸ ਗੱਲ ਬਾਰੇ ਸਾਨੂੰ ਕੌਨਸ਼ੀਅਸ ਹੋਣ ਦੀ ਲੋੜ ਹੈ। ਤਾਂ ਗੁਲਾਟੀ ਸਾਹਿਬ, ਸੋਸ਼ਲ ਮੀਡੀਆ ਨੇ ਅੱਜ ਦੇ ਯੁੱਗ ਦੇ ਵਿੱਚ ਸਾਹਿਤ ਨੂੰ ਪ੍ਰਮੋਟ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹ ਤੁਸੀਂ ਕਹਿ ਵੀ ਚੁੱਕੇ ਹੋ। ਤਾਂ ਫੇਸਬੁੱਕੀ ਕਵਿਤਾ ਤੇ ਪੁਰਾਤਨ ਕਵਿਤਾ ਦੇ ਉੱਤੇ ਤੁਸੀਂ ਕੀ ਤੁਲਨਾਤਮਕ ਟਿੱਪਣੀ ਕਰਦੇ ਹੋ? ਫੇਸਬੁੱਕ ਦੀ ਕਵਿਤਾ ਸਾਰੀ ਕਵਿਤਾ ਨਹੀਂ ਹੈ, ਬਹੁਤ ਸਾਰੀ ਕਵਿਤਾ ਚੰਗੀ ਵੀ ਆ ਰਹੀ ਹੈ। ਮਤਲਬ ਬਹੁਤ ਸਾਰੇ ਸੁਰਜੀਤ ਪਾਤਰ ਤੋਂ ਲੈ ਕੇ ਵੱਡੇ ਲੇਖ ਗੁਰਤੇਜ ਕੁਹਾਰਵਾਲਾ, ਵਿਜੇ ਵਿਵੇਕ, ਉਹ ਵੀ ਫੇਸਬੁੱਕ ਤੇ ਪਾਉਂਦੇ ਨੇ। ਮੈਂ ਵੀ ਪਾਉਂਦਾ, ਹੋਰ ਵੱਡੇ ਸ਼ਾਇਰ ਵੀ ਪਾਉਂਦੇ ਨੇ। ਇਹ ਕੋਈ ਮਾੜਾ ਮੀਡੀਆ ਨਹੀਂ ਹੈ। ਉਹਦੇ ਲਈ ਇੱਕ ਪਾਠਕ ਵਰਗ ਵੱਧਦਾ। ਅਗਰ ਇੱਕ ਰਚਨਾ ਵਧੀਆ ਮਿਲ ਜਾਂਦੀ ਹੈ ਪਾਠਕ ਨੂੰ ਤੇ ਉਹ ਕਿਤਾਬ ਲੱਭਦਾ। ਅਗਰ ਇੱਕ ਮਾੜੀ ਰਚਨਾ ਮਿਲ ਜਾਂਦੀ ਹੈ ਤਾਂ ਫਿਰ ਉਹਨੂੰ ਕੱਚ ਘਰੜ ਸਾਹਿਤ ਲੱਗਦਾ। ਇਸ ਗੱਲ ਦਾ ਤੁਲਨਾ ਤਾਂ ਆਪੇ ਕਰਨੀ ਪੈਣੀ ਹੈ, ਕਿਸੇ ਹੋਰ ਨੇ ਨਹੀਂ ਕਰਨੀ। ਸਵਾਲ ਹੈ ਕਿ ਅਸੀਂ ਪੜ੍ਹ ਕੀ ਰਹੇ ਹਾਂ, ਸਾਡੇ ਕੋਲ ਪਰੋਸਿਆ ਕੀ ਜਾ ਰਿਹਾ। ਇਸ ਗੱਲ ਨੂੰ ਜਦੋਂ ਅਸੀਂ ਐਨਾਲਿਸਿਸ ਕਰਨ ਲੱਗ ਪਾਵਾਂਗੇ ਤੇ ਪ੍ਰੋਬਲਮ ਖਤਮ ਹੋ ਜਾਏਗੀ। ਤਾਂ ਗੁਲਾਟੀ ਸਾਹਿਬ, ਮੈਂ ਆਖਰੀ ਸਵਾਲ ਤੁਹਾਨੂੰ ਜਿਹੜਾ ਪੁੱਛਣਾ ਚਾਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੇਤਨਾ ਪ੍ਰਕਾਸ਼ਨ ਕਿਹੜੇ ਲੇਖਕਾਂ ਨੂੰ ਛਾਪ ਰਹੀ ਹੈ ਤੇ ਨਵੀਆਂ ਕਿਤਾਬਾਂ ਕਿਹੜੀਆਂ ਆ ਰਹੀਆਂ ਨੇ ਪਾਠਕਾਂ ਦੇ ਜੋ ਰੂਬਰੂ ਹੋਣਗੀਆਂ? ਤੁਹਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਹੀ ਸਾਡੀਆਂ 12 ਕਿਤਾਬਾਂ ਨਵੀਆਂ ਪਬਲਿਸ਼ ਹੋਈਆਂ ਨੇ। ਅਮਰਦੀਪ ਗਿੱਲ ਦੀ ਕਿਤਾਬ ਅਰਥਾਂ ਦੇ ਜੰਗਲ, ਅੱਜ ਹੀ ਉਹਦਾ ਤੀਸਰਾ ਐਡੀਸ਼ਨ। ਹਾਂਜੀ। ਇੱਕ ਸਾਡੇ ਆਪਣੇ ਇਲਾਕੇ ਦੇ ਹਰਿਆਣੇ ਦੇ, ਇੱਥੋਂ ਨਾਲ ਦੇ ਬਠਿੰਡੇ ਹਰਿਆਣੇ ਦੇ ਸਰਸੇ ਦੇ ਇੱਕ ਸਰ ਛੋਟੂ ਰਾਮ ਹੋਏ ਨੇ, ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ, ਬਹੁਤ ਵੱਡਾ ਰੋਲ ਰਿਹਾ। ਉਹਨਾਂ ਨੇ ਕਿਸਾਨ ਮੂਵਮੈਂਟ ਦੇ ਉੱਤੇ, ਕਿਸਾਨ ਅੰਦੋਲਨ 'ਤੇ ਬਹੁਤ ਵੱਡਾ ਕੰਮ ਕੀਤਾ ਸੀ। ਬਹੁਤਿਆਂ ਨੂੰ ਨਾ ਪਤਾ ਹੋਵੇ, ਭਾਖੜਾ ਡੈਮ ਨੂੰ ਬਣਾਉਣ ਵਾਲੇ ਸਰ ਛੋਟੂ ਰਾਮ ਸੀ, ਜਿਨ੍ਹਾਂ ਨੇ ਉਸ ਵੇਲੇ ਸਾਰਾ ਪਲਾਨ ਕੀਤਾ ਸੀ। ਇਹ ਵੱਖਰੀ ਗੱਲ ਕਿ ਉਹਨਾਂ ਦੀ 1945 ਦੇ ਵਿੱਚ ਡੈਥ ਹੋ ਗਈ ਸੀ। ਉਹਨਾਂ ਦੀ ਜੀਵਨੀ ਹੁਣ ਪ੍ਰਕਾਸ਼ਿਤ ਕੀਤੀ ਹੈ ਪ੍ਰੋਫੈਸਰ ਬਸੰਤ ਸਿੰਘ ਬਰਾੜ। ਪਹਿਲਾਂ ਮੁਕਤਸਰ ਕਾਲਜ ਪੜ੍ਹਾਉਂਦੇ ਰਹੇ ਨੇ, ਅੱਜ ਕੱਲ੍ਹ ਬਠਿੰਡਾ ਰਹਿੰਦੇ ਨੇ, ਅੰਗਰੇਜ਼ੀ ਦੇ ਪ੍ਰੋਫੈਸਰ ਨੇ। ਉਹਨਾਂ ਨੇ ਉਹ ਕਿਤਾਬ ਲਿਖੀ ਹੈ, ਉਹ ਅੱਜ ਆਈ ਹੈ। ਦੂਜੀ ਕਿਤਾਬ ਇੱਕ ਡਾਕਟਰ ਮਨਜ਼ੂਰ ਇਜਾਜ਼ ਦੀ ਕਿਤਾਬ ਅਸੀਂ ਕੀਤੀ ਹੈ। ਇਹ ਉਰਦੂ ਦੇ ਬਹੁਤ ਵੱਡੇ ਫਿਲਾਸਫਰ ਨੇ, ਉਰਦੂ ਦੇ ਬਹੁਤ ਵੱਡੇ ਸਕਾਲਰ ਨੇ, ਅੱਜ ਕੱਲ੍ਹ ਅਮਰੀਕਾ ਰਹਿੰਦੇ ਨੇ। ਪਿੱਛੋਂ ਇਹਨਾਂ ਦਾ ਪਿਛੋਕੜ ਪਾਕਿਸਤਾਨ ਤੋਂ। ਇਹਨਾਂ ਨੇ ਲੋਕ ਸਾਹਿਤ 'ਤੇ ਕੰਮ ਕੀਤਾ। ਸੋ ਇਹ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਲੈ ਕੇ ਆਏ ਨੇ, ਹੜੱਪਾ ਤੋਂ ਲੈ ਕੇ ਟੈਕਸਲਾ ਤੋਂ ਲੈ ਕੇ ਅਸੀਂ ਕਿਵੇਂ ਆਰੀਅਨ ਕਨਵਰਟ ਹੋਏ ਆ, ਕਿਵੇਂ ਆਰੀਅਨ ਨੇ ਟਰੈਵਲ ਕੀਤਾ। ਉਸ 'ਤੇ 1000 ਸਾਲ ਦਾ ਇਤਿਹਾਸ ਹੈ ਪੰਜਾਬ ਦਾ, ਉਹ ਅਸੀਂ ਲੈ ਕੇ ਆਉਂਦਾ। ਇਹਦੀਆਂ ਵਧੀਆ ਕਿਤਾਬਾਂ ਜਦੋਂ ਪੜ੍ਹਨਗੇ, ਨਵੀਂ ਵਿਦਿਆਰਥੀ ਪੜ੍ਹਨਗੇ ਜਾਂ ਨਵਾਂ ਸਟੂਡੈਂਟ ਜਾਂ ਨਵਾਂ ਪੋਸਟ ਜਿਹੜਾ ਪੜ੍ਹੂਗਾ, ਜ਼ਾਹਿਰ ਉਹਨਾਂ ਨੂੰ ਬਹੁਤ ਕੁਝ ਮਿਲੂਗਾ। ਇੱਕ ਤਾਂ ਸਾਨੂੰ 1000 ਸਾਲ ਦੇ ਸ਼ਬਦ ਵੀ ਮਿਲਣਗੇ ਪੰਜਾਬੀ ਦੇ, ਜਿਹੜੇ ਅਸੀਂ ਨਹੀਂ ਜਾਣਦੇ। ਪਾਕਿਸਤਾਨ 'ਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ, ਜਿਹੜੀ ਪੰਜਾਬੀ ਬੋਲੀ ਜਾਂਦੀ, ਉਹਦੇ ਸ਼ਬਦ ਵੀ ਮਿਲਣਗੇ, ਸਾਡੇ ਆਪਣੇ ਵੀ ਮਿਲਣਗੇ। ਚੰਗਾ ਸਾਹਿਤ ਪੜ੍ਹਾਂਗੇ, ਚੰਗੀ ਰਚਨਾ ਹੋਏਗੀ। ਜੇ ਅਸੀਂ ਉਹ ਫਿਰ ਕੱਚ ਘਰੜਾ ਪੜ੍ਹਾਂਗੇ ਤਾਂ ਨੈਚੁਰਲ ਗੱਲ ਹੈ ਉਹੋ ਜਿਹੇ ਬਣਾਂਗੇ ਫਿਰ। ਸੋ ਇਸ ਤਰ੍ਹਾਂ ਦੀਆਂ ਗੁਰਦਿਆਲ ਸਿੰਘ ਦੀਆਂ 2 ਕਿਤਾਬਾਂ ਆਈਆਂ ਨੇ ਅੱਜ। ਮੇਰੇ ਬ੍ਰਦਰ ਪਵਨ ਗੁਲਾਟੀ PCS ਨੇ, ਇੱਥੇ ਹੀ ਹੁੰਦੇ ਨੇ ਕੋਟਕਪੂਰੇ ਦੇ ਵੀ।
ਤੇ ਉਹਨਾਂ ਦਾ ਅਮੀਨਾ ਨਾਵਲ ਦੂਜਾ ਐਡੀਸ਼ਨ ਛਪਿਆ। ਉਹਨਾਂ ਨੇ ਪਹਿਲਾਂ ਵੀ 7-8 ਕਿਤਾਬਾਂ ਲਿਖੀਆਂ ਨੇ। ਓਲਡ ਮੈਨ ਐਂਡ ਦਾ ਸੀ ਤੋਂ ਅਸੀਂ ਸ਼ੁਰੂਆਤ ਕੀਤੀ ਸੀ, ਬੁੱਢਾ ਤੇ ਸਮੁੰਦਰ ਤੋਂ, ਨੋਬਲ ਪ੍ਰਾਈਜ਼ ਮਿਲਿਆ ਹੋਇਆ ਉਸ ਕਿਤਾਬ ਨੂੰ। ਉਹਦਾ 10ਵਾਂ ਐਡੀਸ਼ਨ ਹੁਣੇ ਪਬਲਿਸ਼ ਹੋ ਕੇ ਆਇਆ। ਮਤਲਬ ਅਸੀਂ ਨਹੀਂ ਕਹਿ ਸਕਦੇ ਕਿ 20 ਸਾਲਾਂ 'ਚ 10 ਐਡੀਸ਼ਨ ਉਹਦੇ ਛਪੇ ਨੇ। ਅੰਗਰੇਜ਼ੀ ਦੀ ਕਿਤਾਬ ਹੈ ਜਿਹੜੀ ਆਮ 10ਵੀਂ ਪੜ੍ਹੇ ਬੱਚੇ ਦੇ ਸਮਝ ਨਹੀਂ ਆ ਸਕਦੀ, ਜਿਹੜਾ ਐਮਏ ਦੇ ਵਿੱਚ ਸਾਰੀ ਦੁਨੀਆ 'ਚ ਪੜ੍ਹਾਈ ਜਾਂਦੀ ਹੈ। ਗੰਭੀਰ ਸਾਹਿਤ ਪੜ੍ਹਨ ਵਾਲਾ ਪਾਠਕ ਓਲਡ ਮੈਨ ਐਂਡ ਦਾ ਸੀ, ਬੁੱਢਾ ਤੇ ਸਮੁੰਦਰ ਪੜ੍ਹਦਾ, ਅਸੀਂ ਕਹਿ ਸਕਦੇ ਹਾਂ ਪਾਠਕ ਦੀ ਕੋਈ ਕਮੀ ਨਹੀਂ ਹੈ। ਤਾਂ ਗੁਲਾਟੀ ਸਾਹਿਬ, ਮੈਂ ਚਾਹੂੰਗਾ ਕਿ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਇੱਕ ਹੋਰ ਜਿਹੜੀ ਗਜ਼ਲ ਆ ਤੁਸੀਂ ਸਾਂਝੀ ਕਰੋ। ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲ੍ਹਦੇ ਨੇ। ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲ੍ਹਦੇ ਨੇ। ਹਿਲਾ ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ 'ਚੋਂ ਬੋਲਦੇ ਨੇ। ਹਿਲਾ ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ 'ਚੋਂ ਬੋਲਦੇ ਨੇ। ਔਰ ਹਰੇਕ ਪੁਸਤਕ ਦੀ ਜੂਹ ਅੰਦਰ ਜਦੋਂ ਵੀ ਜਾਂਦਾ ਹਾਂ ਤਾਂ ਉਹ ਆਖੇ, ਹਰੇਕ ਪੁਸਤਕ ਦੀ ਜੂਹ ਅੰਦਰ ਜਦੋਂ ਵੀ ਜਾਂਦਾ ਹਾਂ ਤਾਂ ਉਹ ਆਖੇ, ਤੂੰ ਸਿਰਫ ਸ਼ਬਦਾਂ ਦੀ ਆਵਾਜ਼ ਨਾ ਸੁਣ, ਇਹ ਕੋਰੇ ਵਰਕੇ ਵੀ ਬੋਲਦੇ ਨੇ। ਤੂੰ ਸਿਰਫ ਸ਼ਬਦਾਂ ਦੀ ਆਵਾਜ਼ ਨਾ ਸੁਣ, ਇਹ ਕੋਰੇ ਵਰਕੇ ਵੀ ਬੋਲਦੇ ਨੇ। ਔਰ ਅਨੇਕ ਥੇਹਾਂ ਦੇ ਗਰਭ ਅੰਦਰ ਨਿਵਾਸ ਕੋਈ ਤਾਂ ਕਰ ਰਿਹਾ ਹੈ। ਅਨੇਕ ਥੇਹਾਂ ਦੇ ਗਰਭ ਅੰਦਰ ਨਿਵਾਸ ਕੋਈ ਤਾਂ ਕਰ ਰਿਹਾ ਹੈ। ਬੜੇ ਹੀ ਕਿੱਸੇ ਸੁਨੇਤ ਦੇ ਨੇ, ਬੜੇ ਹੀ ਕਿੱਸੇ ਸੰਘੋਲਦੇ ਨੇ। ਬੜੇ ਹੀ ਕਿੱਸੇ ਸੁਨੇਤ ਦੇ ਨੇ, ਬੜੇ ਹੀ ਕਿੱਸੇ ਸੰਘੋਲਦੇ ਨੇ। ਕੀ ਬਾਤ ਹੈ ਜੀ। ਤਾਂ ਗੁਲਾਟੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਜ਼ਿੰਦਾਬਾਦ ਚੈਨਲ ਦਾ, ਤੁਹਾਡਾ ਸਿਮਰ ਜੀ, ਤੁਹਾਡਾ, ਔਰ ਖਾਸ ਕਰਕੇ ਜਿਹੜੇ ਇਸ ਨੂੰ ਪਾਠ ਸੁਣਨਗੇ, ਇਸ ਸਾਹਿਤ ਨਾਲ ਜੁੜਨਗੇ। ਕਿਉਂਕਿ ਮੇਰੀ ਇੱਕ ਸਾਰਿਆਂ ਅੱਗੇ ਬੇਨਤੀ ਹੁੰਦੀ ਹੈ ਕਿ ਆਪਣੇ ਘਰ ਦੇ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਜ਼ਰੂਰ ਬਣਾ ਕੇ ਰੱਖੋ। ਅਸੀਂ ਪਦਾਰਥਵਾਦੀ ਹਾਂ, ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਲੈਂਦੇ ਹਾਂ। ਉਹ ਸੋਫੇ ਵੀ ਪਏ ਰਹਿੰਦੇ ਨੇ ਜਿਨ੍ਹਾਂ 'ਤੇ ਕੋਈ ਬੈਠਦਾ ਨਹੀਂ ਹੈ, ਸੋਫੇ ਵੀ ਤਰਸਦੇ ਰਹਿੰਦੇ ਨੇ ਬੈਠਣ ਵਾਲਿਆਂ ਨੂੰ। ਅਤੇ ਜੇ ਥੋੜ੍ਹੀਆਂ ਜਿਹੀਆਂ ਕਿਤਾਬਾਂ ਹੋਣ, ਅਤੇ ਜਿਹੜਾ ਵੀ ਘਰ ਦੇ ਵਿੱਚ ਹੋਵੇ, ਇਕੱਲਾ ਹੋਵੇ, ਤਾਂ ਕਿਤਾਬ ਨਾਲ ਜੁੜ ਸਕਦਾ। ਕਿਉਂਕਿ ਘਰ 'ਚ ਰਹਿ ਕੇ ਅਸੀਂ ਸਾਰੇ ਸਿਧਾਰਥ ਹੁੰਦੇ ਹਾਂ, ਘਰ 'ਚੋਂ ਬਾਹਰ ਨਿਕਲ ਕੇ ਬੁੱਧ ਬਣ ਸਕਦੇ ਹਾਂ। ਅਤੇ ਜੇ ਅਸੀਂ ਸ਼ਬਦ ਨੂੰ ਨਾਲ ਰੱਖਾਂਗੇ ਤਾਂ ਅਸੀਂ ਬੁੱਧ ਬਣਨ ਵੱਲ ਪ੍ਰਤੀਤ ਹੋਵਾਂਗੇ। ਇਹੀ ਮੇਰੀ ਸਾਰਿਆਂ ਅੱਗੇ ਬੇਨਤੀ ਹੈ। ਤੁਹਾਡਾ ਬਹੁਤ 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 ਸ਼ੁਕਰੀਆ ਜੀ। ਤਾਂ ਇਹ ਸੀਗੇ ਚੇਤਨਾ ਪ੍ਰਕਾਸ਼ਨ ਤੋਂ ਸਤੀਸ਼ ਗੁਲਾਟੀ ਜੀ, ਜਿਨ੍ਹਾਂ ਨੇ ਸਾਡੇ ਨਾਲ ਪੁਸਤਕਾਂ ਬਾਰੇ ਸਾਂਝ ਪਾਈ ਹੈ। ਅਤੇ ਚੇਤਨਾ ਪ੍ਰਕਾਸ਼ਨ ਲਗਾਤਾਰ ਪਿਛਲੇ 22 ਸਾਲਾਂ ਤੋਂ ਪਾਠਕਾਂ ਤੱਕ ਚੰਗਾ ਚੰਗੇਰਾ ਸਾਹਿਤ ਪਹੁੰਚਾਉਣ ਦੇ ਲਈ ਯਤਨਸ਼ੀਲ ਹੈ। ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਫਰੀਦਕੋਟ।